तेरियां भगतां डिठियां मन की कट्टिए मैल साध संग बूठियां बड़े मेरे साहिबा बड़ी तेरी वडियाई जिसनू साहिब वड्डा करे सोई वड जानी साहिब सेवक एक एक दृष्टाया साहिब मेरा सदा है जिसे शब्द कमाई। बाबा जी अपनी बाणी अंदर कृपा करते हैं। आवे साहिब चित साहिब कदों चित आउंदा है जदों उन्हां दे भगत उन्हां दे प्यारे रागी ढाडी गुरु का जस करन वाले वो गुरु दे दरबार बैठे होण तां उत्थे फिर गुरु दियां बबाणियां कहानियां हुंदियां। साहिब याद आउंदा आवे साहिब चित तेरियां भगतां डिठियां मन की कट्टिए मैल साध संग बूठियां। इस जीव नूं जमा जमातरां दी मल लगी है। ये काला साह होया पिया वो किवें कट्टी जावेगी। गुरु घर दे विच आके चंगे विचार सुनांगे तां जिहड़े माड़े फुरने आ वो अंदरों भज जाणगे। जिवें कोई बर्तन पिया माइयां कई वारी मींह पैंदा हुंदा सी बर्तन विहड़े 'च रख दिंदियां सी। कोई आटे का लिबड़िया प्रांत कोई अपना होर भांडा होवे जदों बारिश पैनी ना मोहले धार उस टाइम ते वो फिर जिहड़ी बारिश है मैल उगल के बाहर निकली जाती है। फिर वो साफ पानी हो जाता। फिर उहदे विच दी मूँह भी दिसदा चंद तारे भी दिसदे है वो बर्तन भी साफ हो जाता। मन की कट्टिए मैल साध संग बूठियां। असी संगत दे विच बैठ के अपने मन की मल कट्टनी है अपने मन अंदर विचार करनी है। ये मना तू किन्ने क जिंदगी च माड़े काम कीते है किन्ने क चंगे कीते है। जे चंगे कीते है वो तेरे फायदे लई है। जे तू माड़े कीते है वो तेरे कफायदे लई है। जे तू माड़े कर बैठा तां अपने मालक अगे अरदासां जोदड़ियां कर भुल्लां बख्शा चंगे विचारां नूं हिरदे विच थां दे। जिन्ना चिर चंगे विचार हिरदे विच नहीं बसदे ते सच दा भी नहीं पता लगदा। सच दा भी नहीं पता लगदा। सच तां पुर जाणीए जां हृदा सच्चा होए। सच नूं किवें जाणांगे जे अंदर शुद्ध होवेगा। जे अंदर शुद्ध नहीं फिर सच की पछाण नहीं असीं कर सकते। सच तां पुर जाणीए जां हृदा सच्चा होए। कूड़ की मल उतरै तन करे अच्छा धोए। ये जीव नूं जमा जमातरां दी मल लगी है। काला साह होया पिया हौमां दे चक्करां विच वड़िया होया किवें निकलेगा।
ਜਦੋਂ ਨੂੰ ਇਹ ਪਤਾ ਲੱਗ ਜਾਏਗਾ ਇਹ ਸੰਸਾਰ, ਇਹ ਜੋ ਦਾਰੋ ਮਦਾਰਾ ਵੇਖਦਾ ਇਹ ਸਭ ਝੂਠਾ ਹੈ, ਨਾਲ ਨਹੀਂ ਕੁਛ ਜਾਣ ਵਾਲਾ। ਬਾਣੀ ਵੀ ਫੈਸਲਾ ਕਰਦੀ ਹੈ, ਸਭੇ ਵਸਤੂ ਕੌੜੀਆਂ ਸੱਚਾ ਨਾਉ ਮਿੱਠਾ, ਸਾਧ ਆਤਨ ਹਰ ਜਨਾ ਚੱਖ ਸਾਧੀ ਡਿਠਾ। ਪਦਾਰਥ ਹੈ, ਮੂਰੇ ਪਿਆ ਤਾਂ ਪਦਾਰਥ ਹੈ, ਜਦੋਂ ਛਕ ਲਿਆ ਤਾਂ ਮੈਲ ਬਣ ਗਿਆ। ਆ ਤਨ ਦੇ ਕੱਪੜੇ ਐ ਇਹ ਵੀ ਮੈਲੇ ਹੋ ਜਾਣੇ ਆ, ਨਾਲ ਕੁਛ ਨਹੀਂ ਜਾਣ ਵਾਲਾ। ਬਾਬਾ ਜੀ ਕਿੰਨਾ ਸੋਹਣਾ ਬਚਨ ਬਾਣੀ ਦੁਆਰਾ ਕਿਰਪਾ ਕਰਦੇ ਆ। ਇਹ ਮਨ ਪਿਆਰਿਆ, ਮਨ ਨੂੰ ਸਮਝਾਇਆ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ। ਬਈ ਸੱਚ ਦੀ ਸੰਭਾਲ ਕਰ। ਇਹੋ ਕਟੰਬ ਤੂੰ ਜੇ ਵੇਖਦਾ, ਪੁੱਤਰ ਧੀਆਂ ਜਾਇਦਾਦ ਜਿਹਨੂੰ ਵੇਖ ਵੇਖ ਕੇ ਖੁਸ਼ ਹੁੰਦਾ, ਇਹੋ ਕਟੰਬ ਤੂੰ ਜੇ ਵੇਖਦਾ, ਚੱਲੈ ਨਹੀਂ ਤੇਰਾ ਨਾਲੇ, ਸਾਹ ਤੇਰੇ ਚੱਲੈ ਨਹੀਂ। ਤਿਸ ਨਾਲ ਕਿਉਂ ਚਿੱਤ ਲਾਈ ਐ? ਤੂੰ ਰੱਬ ਦਾ ਨਾਂ ਤਾਂ ਭੁੱਲਿਆ ਫਿਰਦਾ, ਅੰਮ੍ਰਿਤ ਵੇਲਾ ਵੀ ਭੁੱਲਿਆ ਫਿਰਦਾ, ਸੰਗਤ ਵਿੱਚ ਬੈਠਣਾ ਵੀ ਭੁੱਲਿਆ ਫਿਰਦਾ। 10 ਮਿੰਟ ਬੈਠਣ ਨਾਲ ਤੈਨੂੰ ਤਕਲੀਫ ਹੁੰਦੀ ਹੈ ਤੇ ਘਰੇ ਜਾ ਕੇ ਪੈ ਜਾਣਾ। ਨਹੀਂ, ਬਾਬਾ ਜੀ ਕਿਰਪਾ ਕਰਦੇ ਐ। ਇਹੋ ਕਟੰਬ ਤੂੰ ਜੇ ਵੇਖਦਾ, ਚੱਲੈ ਨਹੀਂ ਤੇਰਾ ਨਾਲੇ, ਸਾਥ ਤੇਰੇ ਚੱਲੈ ਨਹੀਂ, ਤਿਸ ਨਾਲ ਕਿਉਂ ਚਿੱਤ ਲਾਈ ਹੈ। ਐਸਾ ਕੰਮ ਮੂਲੇ ਨਾ ਕੀਚੈ, ਜਿਤ ਅੰਤ ਪਛੋਂ ਤਾਈ ਹੈ। ਬਾਬਾ ਜੀ ਕਿਰਪਾ ਕਰਦੇ ਆ ਬਈ ਉਹ ਪਛਤਾਉਣ ਵਾਲਾ ਕਿਹੜਾ ਕੰਮ ਹੈ। ਪਿਛਲੀ ਪੰਗਤੀ ਹੈ। ਬਾਬਾ ਜੀ ਕਿਰਪਾ ਕਰਦੇ ਸੀ, ਧੰਨ ਧੰਨ ਬਾਬਾ ਨਰਾਇਣ ਸਿੰਘ ਜੀ ਮਹਾਰਾਜ, ਬਈ ਅਸੀਂ ਬੱਚੇ ਵੀ ਪਾਲਣੇ ਆ। ਆ ਰਾਜ ਆ ਕਲਯੁਗ ਦਾ, ਇਹਦੇ ਵਿੱਚ ਸਾਨੂੰ ਬੜਾ ਸੁਖੈਨ ਰਸਤਾ ਦੱਸਿਆ। ਅਸੀਂ ਬੱਚੇ ਵੀ ਪਾਲਣੇ ਆ, ਕੰਮਕਾਰ ਵੀ ਕਰਨੇ ਆ, ਮਾਤਾ ਪਿਤਾ ਜਿਹੜੇ ਵੱਡੇ ਬਜ਼ੁਰਗ ਆ ਉਹਨਾਂ ਦੀ ਸੇਵਾ ਵੀ ਕਰਨੀ ਹੈ। ਇਹ ਛੱਡਣੀ ਨਹੀਂ। ਤੇ ਪਿਛਲਾ ਜਿਹੜਾ ਬਚਨ ਹੈ ਪਛਤਾਉਣ ਵਾਲਾ, ਉਹ ਕਿਹੜਾ ਹੈ? ਬਈ ਅਸੀਂ ਨਿਤਨੇਮ ਨਹੀਂ ਛੱਡਣਾ, ਇਹ ਸਾਡੇ ਲਈ ਜ਼ਰੂਰੀ ਹੈ। ਮਾੜੇ ਜੇ ਢਿੱਲੇ ਹੋ ਜਾਈਏ, ਬਹਾਨਾ ਬਣਾ ਲੈਂਦੇ ਆ ਵੀ ਅੱਜ ਮੈਂ ਢਿੱਲਾ ਹੈ, ਉੱਠਣ ਨੂੰ ਰਹਿਣ ਦੀਏ, ਨਿਤਨੇਮ ਕਰਨ ਨੂੰ ਰਹਿਣ ਦੀਏ। ਜਾਣੀ ਕੋਈ ਨਾ ਕੋਈ ਸਰੀਰ ਬਹਾਨਾ ਲੱਭਦਾ। ਨਹੀਂ, ਇਹ ਬਹਾਨਿਆਂ ਤੋਂ ਉੱਪਰ ਉੱਠਣਾ। ਜਿਹੜੇ ਮਾਲਕ ਨੇ ਸਾਨੂੰ ਇਹ ਸੋਹਣੀ ਜ਼ਿੰਦਗੀ ਬਖਸ਼ੀ ਹੈ, ਇਹ ਸਾਡੇ ਤੇ ਕਿਰਪਾ ਕੀਤੀ ਹੈ ਕਿ ਅਸੀਂ ਉਸ ਮਾਲਕ ਨੂੰ ਭੁੱਲ ਜਾਈਏ? ਨਹੀਂ, ਭੁੱਲਣਾ ਨਹੀਂ। ਅਸੀਂ ਅੰਮ੍ਰਿਤ ਵੇਲੇ ਉੱਠਣਾ, ਇਸ਼ਨਾਨ ਪਾਣੀ ਕਰਨਾ, ਫਿਰ ਨਿਤਨੇਮ ਕਰਨਾ, ਬਾਣੀ ਪੜ੍ਹਨੀ ਹੈ। ਕਈ ਬੰਦੇ ਐਸੇ ਹੈ ਕਹਿਣਗੇ ਬਾਬਾ ਜੀ ਅਸੀਂ ਬਾਣੀ ਪੜ੍ਹਦੇ ਹਾਂ ਪਰ ਸਾਡਾ ਮਨ ਨਹੀਂ ਟਿਕਦਾ। ਮਨ ਕਿਉਂ ਨਹੀਂ ਟਿਕਦਾ?
ਜਿਹੜੇ ਘਰ ਦੇ ਗੋਰਖ ਧੰਦੇ ਆ ਉਹ ਮੂਹਰ ਦੀ ਲੰਘਦੇ ਰਹਿੰਦੇ ਆ ਸਾਰੇ। ਇਹਨੂੰ ਟਿਕਾਉਣ ਵਾਸਤੇ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਜੁਗਤੀਆਂ ਮੁਕਤੀਆਂ ਦੱਸਦੇ ਸੀ। ਕੀ ਕਿਰਪਾ ਕਰਦੇ ਸੀ? ਮੇਰੇ ਗੁਰੂ ਨਾਨਕ ਦਾ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਸਰੂਪ ਆਪਣੇ ਘਰ ਘਰ ਵਿੱਚ ਰੱਖੋ। ਸੋਹਣੀ ਜਗ੍ਹਾ ਇੱਕ ਰੱਖ, ਵਧੀਆ ਆਸਣ ਲਾਓ। ਕਿਉਂ? ਅੱਜ ਰਾਜ ਹੈ ਕਲਯੁਗ ਦਾ, ਪੈਰ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ। ਫਿਰ ਉਹਨਾਂ ਦੇ ਚਰਨਾਂ ਦਾ ਧਿਆਨ ਕਰਨਾ ਵੀ ਸੱਚੇ ਪਾਤਸ਼ਾਹ ਇਹ ਸੋਡੀ ਬਾਣੀ ਹੈ। ਫਿਰ ਬਾਣੀ ਪੜ੍ਹਨੀ ਹੈ। ਜਪਜੀ ਸਾਹਿਬ ਪੜ੍ਹਦੇ ਆ, ਜਾਪ ਸਾਹਿਬ ਪੜ੍ਹਦੇ ਆ, ਸਵਈਏ ਪੜ੍ਹਦੇ ਆ, ਚੌਪਈ ਪੜ੍ਹਦੇ ਆ, ਆਨੰਦ ਸਾਹਿਬ ਪੜ੍ਹਦੇ ਆ, ਸੁਖਮਨੀ ਸਾਹਿਬ ਪੜ੍ਹਦੇ ਆ। ਜੋ ਵੀ ਅਸੀਂ ਬਾਣੀ ਪੜ੍ਹਦੇ ਆ, ਧਿਆਨ ਗੁਰੂ ਨਾਨਕ ਦੇ ਚਰਨਾਂ ਦਾ ਰੱਖਣਾ। ਜਦੋਂ ਧਿਆਨ ਰੱਖਾਂਗੇ ਫਿਰ ਸਾਡਾ ਜਿਹੜਾ ਮਨ ਹੈ ਉਹ ਪਾਸੇ ਆਸੇ ਨਹੀਂ ਜਾਵੇਗਾ। ਨਹੀਂ ਤਾਂ ਇਹ ਚਾਟ ਹੋਇਆ ਹੁੰਦਾ, ਬੜਾ ਕੁਛ ਭਾਲਦਾ। ਜਿਵੇਂ ਕਬਹੂ ਜੀੜਾ ਊਪ ਚੜ੍ਹਤ ਹੈ, ਕਬਹੂ ਜਾਏ ਪਿਆਲੇ। ਇਹ ਲੋਭੀ ਜੀੜਾ ਥਿਰ ਨਾ ਰਹਿਤ ਹੈ, ਚਾਰੇ ਕੂਟਾਂ ਭਾਲੇ। ਇਹ ਤਾਂ ਬੜਾ ਕੁਛ ਭਾਲਦਾ। ਪਰ ਬਾਬਾ ਜੀ ਕਿਰਪਾ ਕਰਦੇ ਸੀ, ਨਹੀਂ ਇਹਨੂੰ ਕੰਟਰੋਲ 'ਚ ਰੱਖਣਾ। ਪਦਾਰਥ ਵੀ ਥੋੜੇ ਖਾਣੇ ਐ। ਜੇ ਬਹੁਤੇ ਪਦਾਰਥ ਖਾਓਗੇ ਸਰੀਰਾਂ 'ਚ ਨੁਕਸ ਵੀ ਪੈਣ ਲੱਗ ਜਾਣਗੇ। ਤੇ ਫਿਰ ਬਾਬਾ ਜੀ ਕਹਿੰਦੇ ਸੀ ਭਾਈ ਜਿਹੜਾ ਮਨ ਹੈ ਉਹ ਵੀ ਕੰਟਰੋਲੋਂ ਬੇਕੰਟਰੋਲ ਹੋ ਜਾਂਦਾ। ਇਹਨੂੰ ਕੰਟਰੋਲ 'ਚ ਰੱਖਣ ਵਾਸਤੇ ਜਿਵੇਂ ਬਾਬਾ ਜੀ ਬਾਣੀ ਅੰਦਰ ਕਿਰਪਾ ਕਰਦੇ ਆ, ਸੇਵ ਕੀਤੀ ਸੰਤੋਖੀ ਜਿਨੀ ਸੱਚੋ ਸੱਚ ਧਿਆਇਆ, ਉਹਨੀ ਮੰਦੇ ਪੈਰ ਨਾ ਰੱਖਿਓ, ਕਰ ਸੋ ਕਿਰਤ ਧਰਮ ਕਮਾਇਆ। ਉਹਨੀ ਦੁਨੀਆ ਤੋੜੇ ਬੰਦਨਾ, ਅੰਨ ਪਾਣੀ ਥੋੜਾ ਖਾਇਆ। ਤੂੰ ਬਖਸ਼ੀਸੀ ਅਗਲਾ, ਨਿਤ ਦੇਵੈ ਚੜ੍ਹੈ ਸਵਾਇਆ, ਵਡਿਆਈ ਵੱਡਾ ਪਾਇਆ। ਇਹ ਕਿਹਦੇ ਵਿੱਚ ਗੁਣ ਸੀ? ਇਹ ਬਾਬਾ ਜੀ ਵਿੱਚ ਗੁਣ ਸੀ। ਬਾਬਾ ਈਸਰ ਸਿੰਘ ਜੀ ਮਹਾਰਾਜ ਵਿੱਚ ਇਹ ਗੁਣ ਸੀ। ਉਹਨਾਂ ਦੇ ਪਿਆਰਿਆਂ ਬਾਬਿਆਂ ਵਿੱਚ ਗੁਣ ਸੀ। ਬਾਬਾ ਜੀ ਕਹਿੰਦੇ ਸੀ ਭਾਈ ਇਹ ਹੋਣੇ ਚਾਹੀਦੇ ਆ। ਕੇਰਾਂ ਦਾ ਜ਼ਿਕਰ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਨੇ 40 ਦਿਨ ਭੋਰਾ ਸਾਹਿਬ ਵਿੱਚ ਨਿਤਨੇਮ ਭਗਤੀ ਕੀਤੀ। ਤੇ ਕਿਸੇ ਰਾਗੀ ਸਿੰਘ ਨੇ, ਕਈ ਵਾਰੀ ਰਾਗੀ ਸਿੰਘ ਬੋਲਦੇ ਆ, ਉਹਨਾਂ ਤੋਂ ਵਿਚਾਰਿਆਂ ਤੋਂ ਉਸਤਤ ਕਰਦਿਆਂ ਨਿੰਦਿਆ ਦਾ ਕਾਰਨ ਵੀ ਬਣ ਜਾਂਦਾ। ਉਹ ਰਾਗੀ ਸਿੰਘ ਨੇ ਕੀ ਕਿਹਾ? ਕਹਿੰਦਾ ਬਾਬਾ ਜੀ ਨੇ 40 ਦਿਨ ਭੋਰੇ 'ਚ ਤਪੱਸਿਆ ਕੀਤੀ, ਕੋਈ ਅੰਨ ਪਾਣੀ ਮੂੰਹ ਤੇ ਨਹੀਂ ਰੱਖਿਆ। ਬਾਬਾ ਜੀ ਕਹਿੰਦੇ ਉਹ ਰੁਕ ਜਾ, ਗਾਹਾਂ ਨਾ ਬੋਲੀ। ਚੁੱਪ ਹੋ ਗਿਆ, ਡਰ ਗਿਆ। ਬਾਬਾ ਜੀ ਕਹਿੰਦੇ ਕਿਉਂ ਨਹੀਂ ਛਕਿਆ? ਅਸੀਂ ਜਿੰਨਾ ਕੁ ਲੋੜ ਆ ਓਨਾ ਕੁ ਸਕਦੇ ਆ। ਬਾਬਾ ਜੀ ਜਮਾਂ ਦੇ ਦਾਣੇ, ਕੁਛ ਇਸ ਤਰ੍ਹਾਂ ਦੀਆਂ ਚੀਜ਼ਾਂ ਬਾਬਾ ਜੀ ਦੀਆਂ ਸੁੱਕੀਆਂ ਰੱਖੀਆਂ ਸੀ। ਉਹ ਕਿਣਕਾ ਮਾਤਰ ਸਰੀਰ ਨੂੰ ਤਕੜਾ ਰੱਖਣ ਵਾਸਤੇ ਉਹ ਛਕਦੇ ਸੀ। ਬਾਬਾ ਜੀ ਕਹਿਣ ਲੱਗੇ ਭਾਈ ਅਸੀਂ ਰੱਬ ਦੇ ਸ਼ਰੀਕ ਨਹੀਂ ਬਣਨਾ,
ਜਿਹੜੇ ਲੋਕ ਭੁੱਖੇ ਰਹਿੰਦੇ ਆ ਉਹ ਰੱਬ ਦੇ ਸ਼ਰੀਕ ਬਣਦੇ ਆ। ਬਾਬਾ ਜੀ ਆਪਣੀ ਬਾਣੀ ਅੰਦਰ ਕਿਰਪਾ ਕਰਦੇ ਆ, ਅੰਨ ਸੋੜ ਕਰੇ ਪਖੰਡ, ਨਾ ਉਹ ਸੁਹਾਗਣ ਨਾ ਉਹ ਰੰਡ। ਬਾਬਾ ਜੀ ਕਹਿੰਦੇ ਸਾਡੇ ਤੇ ਫਿਰ ਇਹ ਚੀਜ਼ ਘਟ ਜਾਵੇਗੀ ਨਹੀਂ, ਜਿੰਨਾ ਕੁ ਸਾਨੂੰ ਲੋੜ ਆ ਉਹਨਾਂ ਕੁ ਚਲਾਉਣ ਵਾਸਤੇ ਅਸੀਂ ਸਕਦੇ ਹਾਂ। ਜਿਹੜੇ ਮਹਾਂਪੁਰਸ਼ ਹੁੰਦੇ ਆ ਉਹਨਾਂ ਕੋਲੇ ਕਿਸੇ ਚੀਜ਼ ਦਾ ਘਾਟਾ ਨਹੀਂ ਹੁੰਦਾ, ਕਿਸੇ ਪਦਾਰਥ ਦਾ ਘਾਟਾ ਨਹੀਂ ਹੁੰਦਾ, ਪਰ ਉਹਨਾਂ ਨੇ ਜਿਹੜਾ ਛਕਣਾ ਹੁੰਦਾ ਉਹ ਆਪਣੀ ਇੱਛਾ ਮੁਤਾਬਕ ਛਕਣਾ ਹੁੰਦਾ ਹੈ। ਤੇ ਇਉਂ ਬਾਬਾ ਜੀ ਕਿਰਪਾ ਕਰਦੇ ਸੀ, ਇਸ ਲਈ ਅੱਜ ਬਾਬਾ ਜੀ ਸਾਡੇ ਯਾਦ ਆਉਂਦੇ ਆ। ਆਵੇ ਸਾਹਿਬ ਚਿੱਤ ਤੇਰਿਆਂ ਭਗਤਾਂ ਡਿਠਿਆਂ, ਮਨ ਕੀ ਕਟਿਏ ਮੈਲ ਸਾਧ ਸੰਗ ਬੂਠਿਆਂ। ਵੱਡੇ ਮੇਰੇ ਸਾਹਿਬਾ, ਵੱਡੀ ਤੇਰੀ ਵਡਿਆਈ। ਕਿਹਦੀ ਵਡਿਆਈ ਵੱਡੀ ਹੈ? ਗੁਰੂ ਨਾਨਕ ਦੀ ਵਡਿਆਈ ਵੱਡੀ ਹੈ, ਗੁਰੂ ਗ੍ਰੰਥ ਸਾਹਿਬ ਦੀ। ਗੁਰੂ ਨਾਨਕ ਕਿੱਥੇ ਨੇ? ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹਾਜ਼ਰ ਹੈ। ਅਸੀਂ ਕੱਲ ਵੀ ਦੱਸਿਆ ਸੀ, ਵਰਤਦੇ ਕਿਹਦੇ ਰਾਹੀਂ ਹੈ? ਉਹ ਕਿਸੇ ਲੋਭੀ ਲਾਲਚੀਆਂ ਰਾਹੀਂ ਨਹੀਂ ਵਰਤਦੇ, ਨਾ ਕਾਮੀਆਂ ਕ੍ਰੋਧੀਆਂ ਰਾਹੀਂ ਵਰਤਦੇ ਆ। ਕਿਹਦੇ ਰਾਹੀਂ ਵਰਤਦੇ ਹੈ? ਨਾਨਕ ਗੁਪਤ ਵਰਤਦਾ ਪ੍ਰਗਟ ਸੰਤ ਜਨਾਂ। ਉਹ ਆਪਣੇ ਪਿਆਰਿਆਂ ਰਾਹੀਂ ਪ੍ਰਗਟ ਹੈ। ਉਹ ਤਾਂ ਦਾਤੇ ਹੈ, ਆਪਣੇ ਆਨੰਦ ਵਿੱਚ ਬੈਠੇ ਆ। ਆਹ ਜਿਹੜਾ ਸਮਾਗਮ ਤੁਸੀਂ ਦਿੱਲੀ ਦੇ ਵਿੱਚ ਨਜ਼ਾਰਾ ਤੱਕ ਰਹੇ ਹੋ, ਆਹ ਗੁਰਦੁਆਰਾ ਨਾਨਕਸਰ ਗੁਲਾਬੀ ਬਾਗ ਜਿਹੜਾ ਸਥਾਨ ਹੈ, ਇਹ ਉਹ ਸਥਾਨ ਹੈ ਜਿੱਥੇ ਧੰਨ ਧੰਨ ਬਾਬਾ ਈਸਰ ਸਿੰਘ ਜੀ ਮਹਾਰਾਜ ਨੇ ਆਪਣੇ ਪਹਿਲਾਂ ਚਰਨ ਮੁਬਾਰਕ ਪਾਏ। ਰਾਗੀ ਸਿੰਘਾਂ ਨੇ ਕੀਰਤਨ ਕੀਤਾ, ਉਸ ਗੁਰਮੁਖ ਪਿਆਰੇ ਨੇ, ਇਸ ਜਗ੍ਹਾ ਵਾਲੇ ਨੇ ਬਾਬਾ ਜੀ ਅੱਗੇ ਅਰਦਾਸ ਬੇਨਤੀ ਕਰ ਦਿੱਤੀ, ਬਾਬਾ ਜੀ ਇਸ ਜਗ੍ਹਾ ਤੇ ਗੁਰੂ ਘਰ ਬਣਾਓ, ਇਹ ਤੁਹਾਡਾ ਆਪਣਾ ਸਥਾਨ ਹੈ। ਇਹ ਆਏ ਸਥਾਨ ਮਹਾਂਪੁਰਸ਼ਾਂ ਨੂੰ ਮਿਲਿਆ ਹੋਇਆ। ਫਿਰ ਬਾਬਾ ਜੀ ਕਿਰਪਾ ਕਰਦੇ ਸੀ, ਜਦੋਂ ਬਾਬਾ ਜੀ ਇੱਥੇ ਰਹਿੰਦੇ ਸੀ, 3-3 ਕੋਤਰੀਆਂ ਹੁੰਦੀਆਂ ਸੀ, ਤੇ ਬਾਬਾ ਜੀ ਕਹਿੰਦੇ ਸੀ ਭਾਈ ਇੱਥੇ ਮੇਰੇ ਮਾਲਕ ਦੀ ਬਾਬਾ ਨਰਾਇਣ ਸਿੰਘ ਜੀ ਮਹਾਰਾਜ ਬਾਬਾ ਈਸਰ ਸਿੰਘ ਜੀ ਦੇ ਚਰਨਾਂ ਦੀ ਰੱਤ ਡੁੱਲੀ ਹੈ, ਤੇ ਇੱਥੇ ਗੁਲਾਬ ਦਾ ਫੁੱਲ ਖਿੜਨਾ ਦੇਖੋਗੇ, ਕਿੰਨੇ ਰੰਗ ਭਾਗ ਲੱਗਣਗੇ, ਕਿਹੜੀਆਂ ਕਿਹੜੀਆਂ ਮਿਹਰਾਂ ਹੋਣਗੀਆਂ। ਤੇ ਜਿਹੜੀ ਆ ਹੁਣ ਮਿਹਰ ਕੀਤੀ ਆ ਨਾ ਬਾਬਾ ਜੀ ਨੇ, ਇਹ ਬਹੁਤ ਵੱਡੀ ਮਿਹਰ ਹੈ ਦਿੱਲੀ ਤੇ, ਬਹੁਤ ਵੱਡੀ ਮਿਹਰ। ਤੁਕ ਤੁਕ ਵਾਲੇ ਸੰਪਟ ਅਖੰਡ ਪਾਠ ਹੋਣੇ, ਇਹ ਭਾਗਾਂ ਤੋਂ ਬਗੈਰ ਨਹੀਂ ਹੁੰਦੇ। ਇਹ ਦਿੱਲੀ ਦੇ ਭਾਗ ਜਾਗੇ ਆ ਸੰਗੀਆਂ ਸਾਥੀਆਂ ਦੇ, ਜਿਹੜੇ ਬਾਬਾ ਜੀ ਦੇ ਸਥਾਨ ਤੇ ਆਉਂਦੇ ਆ ਇੱਥੇ, ਇਹ ਉਹਨਾਂ ਦੇ ਭਾਗ ਜਾਗੇ ਆ। ਇਹ ਬਹੁਤ ਮਹਾਨ ਸੇਵਾ ਹੈ। ਬਾਬਾ ਜੀ ਕਿਰਪਾ ਕਰਦੇ ਸੀ ਭਾਈ, ਇਹ ਸਮਾਂ ਵੀ ਭਾਗਾਂ ਵਾਲਿਆਂ ਨੂੰ ਮਿਲਦਾ ਹੈ, ਭਾਗਾਂ ਤੋਂ ਬਗੈਰ ਇਹ ਸਮਾਂ ਨਹੀਂ ਮਿਲਦਾ। ਦੇਖੋ ਤੁਕ ਤੁਕ ਵਾਲੇ ਸੰਪਟ ਅਖੰਡ ਪਾਠ 2 ਪਰਾਰੰਭ ਹੈ, ਨਾਲ ਜਪਜੀ ਸਾਹਿਬ ਪਰਾਰੰਭ ਹੈ, ਨਾਲ ਖੰਡ ਪਾਠਾਂ ਦੀਆਂ ਲੜੀਆਂ ਚੱਲ ਰਹੀਆਂ ਨੇ। ਕਿੱਡੀ ਮਿਹਰ ਹੈ। ਇਹ ਕਿਹਦੀ ਯਾਦ ਵਿੱਚ? ਧੰਨ ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ, ਉਹਨਾਂ ਦੇ ਆਗਮਨ ਪੁਰਬ ਦੀ ਯਾਦ ਵਿੱਚ 151ਵਾਂ ਬਾਬਾ ਜੀ ਦਾ ਆਗਮਨ ਪੁਰਬ ਹੈ, ਇਹ ਜਨਮ ਦਿਹਾੜਾ ਕਹਿ ਦਈਏ। ਤੇ ਇਹ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਦਾ
ਤੇ ਬਾਬਾ ਜੀ ਦੇ ਵਿੱਚ ਕਿਹੜੇ ਗੁਣ ਸੀ? ਜੇ ਦੁਨੀਆ ਯਾਦ ਕਰਦੀ ਆ, ਕਿਉਂ ਕਰਦੀ ਆ? ਅਸੀਂ ਕਈ ਨਿੱਕੇ ਮੋਟੇ ਬਚਨ ਦੱਸ ਦਿੰਦੇ ਆ, ਜਿਵੇਂ ਸਾਡੇ ਗਿਆਨੀ ਜੀ ਵੀ ਦੱਸ ਰਹੇ ਸੀ ਬਈ ਕੁੜੀ ਰਾਮ ਆ ਗਿਆ, ਉਹ ਪਹਿਲਾਂ ਭਾਈ ਵੀ ਦੱਸ ਕੇ ਗਿਆ। ਇਹ ਤਾਂ ਛੋਟੀਆਂ ਚੀਜ਼ਾਂ, ਪਰ ਭਾਈ ਜਿਹਦਾ ਕੰਮ ਠੀਕ ਹੋਏ ਉਹਦੇ ਲਈ ਬਹੁਤ ਵੱਡੀ ਚੀਜ਼ ਹੈ। ਮਹਾਂਪੁਰਸ਼ਾਂ ਕੋਲੇ ਤਾਂ ਦਾਤਾਂ ਆਮ ਹੀ ਖੁੱਲੀਆਂ, ਪਰ ਬਾਬਾ ਜੀ ਕਹਿੰਦੇ ਸੀ ਵੱਡੀ ਚੀਜ਼ ਇਸ ਘਰ ਦੀ ਕੀ ਹੈ, ਇਹ ਸੋਚਣ ਦੀ ਗੱਲ ਹੈ। ਬਾਬਾ ਆਨੰਦ ਸਿੰਘ ਜੀ ਮਹਾਰਾਜ ਕੋਲ ਜਾਂ ਬਾਬਾ ਈਸਰ ਸਿੰਘ ਜੀ ਮਹਾਰਾਜ, ਬਾਬਾ ਨਰਾਇਣ ਸਿੰਘ ਜੀ ਮਹਾਰਾਜ, ਵੱਡੀ ਗੱਲ ਹੈ। ਬਾਬਾ ਜੀ ਕਹਿੰਦੇ ਸੀ ਜੀਵਨ ਇਹ ਵੱਡੀ ਚੀਜ਼ ਹੈ। ਦੇਖ ਪਰਾਈਆਂ ਚੰਗੀਆਂ, ਮਾਵਾਂ ਭੈਣਾਂ ਧੀਆਂ ਜਾਣੇ, ਏਕਾ ਨਾਰੀ ਸਦਾ ਜਤੀ, ਪਰ ਨਾਰੀ ਧੀ ਭੈਣ ਬਖਾਣੇ। ਬਰਾਬਰ ਦੀਆਂ ਨੂੰ ਭੈਣਾਂ ਸਮਝਣਾ, ਵੱਡੀਆਂ ਨੂੰ ਮਾਵਾਂ ਸਮਝਣਾ, ਛੋਟੀਆਂ ਨੂੰ ਬੱਚੀਆਂ ਸਮਝਣਾ। ਤੇ ਫਿਰ ਬਾਬਾ ਜੀ ਨੇ ਹੋਰ ਵੀ ਕਿਰਪਾ ਕੀਤੀ ਸੀ। ਬਾਬਾ ਆਨੰਦ ਸਿੰਘ ਜੀ ਮਹਾਰਾਜ ਨੇ, ਕਿਸੇ ਨੇ ਆ ਕੇ ਬੇਨਤੀ ਕਰਤੀ, ਨਾਨਕਸਰ ਬਾਬਾ ਜੀ ਇਹ ਸਾਨੂੰ ਦਾਤ ਮਿਲ ਸਕਦੀ ਹੈ, ਸਾਨੂੰ ਗ੍ਰਸਤੀਆਂ ਨੂੰ ਵੀ ਇਹ ਦਾਤ ਮਿਲ ਸਕਦੀ ਹੈ? ਬਾਬਾ ਜੀ ਕਹਿੰਦੇ ਕਿਉਂ ਨਹੀਂ ਮਿਲੇਗੀ, ਮਿਲ ਸਕਦੀ ਹੈ। ਬਾਬਾ ਜੀ ਫਿਰ ਕਿਵੇਂ ਮਿਲੇਗੀ? ਬਾਬਾ ਜੀ ਕਹਿੰਦੇ ਭਾਈ ਦੋ ਸ਼ਰਤਾਂ ਹੈ, ਪਹਿਲਾਂ ਇਹ ਮੰਨਣੀਆਂ ਪੈਣਗੀਆਂ, ਫਿਰ ਆਪਣਾ ਆਪ ਇੱਥੇ ਲਾਉਣਾ ਪਵੇਗਾ। ਜਿਵੇਂ ਪਹਿਲਾ ਮਰਨ ਕਬੂਲ ਕਰ, ਜੀਵਨ ਕੀ ਸੜ ਆਸ, ਹੋ ਸਭਨਾ ਕੀ ਰੇਣਕਾ, ਤਾਂ ਆਓ ਹਮਾਰੇ ਪਾਸ। ਪਹਿਲੀ ਇਹ ਸ਼ਰਤ ਹੈ। ਦੂਜੀ, ਇਸਤਰੀ ਨੂੰ ਮਾਂ, ਜਿਵੇਂ ਤੁਹਾਨੂੰ ਦੱਸਿਆ ਦੇਖ ਪਰਾਈਆਂ ਚੰਗੀਆਂ, ਇਸਤਰੀ ਨੂੰ ਮਾਂ ਕਹਿਣਾ ਪਵੇਗਾ ਤੇ ਪੈਸੇ ਨੂੰ ਗਾਂ ਕਹਿਣਾ ਪਵੇਗਾ। ਬਾਬਾ ਜੀ ਇਸਤਰੀ ਨੂੰ ਮਾਂ ਅਸੀਂ ਤਾਂ 4 ਦਿਨ ਨਹੀਂ ਕਹਿ ਸਕਦੇ। ਬਾਬਾ ਜੀ ਕਹਿੰਦੇ ਭਾਈ ਇਹ ਇਸ ਘਰ ਵਾਸਤੇ, ਨਾਨਸਰ ਕਲੇਰਾਂ ਵਾਸਤੇ ਇਹ ਸ਼ਰਤ ਹੈ, ਅਸੀਂ ਹੋਰ ਗੁਰੂ ਘਰਾਂ ਵਾਸਤੇ ਨਹੀਂ ਕਹਿ ਰਹੇ। ਇੱਥੇ ਬਾਬਾ ਜੀ ਨੇ ਇਹ ਸ਼ਰਤ ਰੱਖੀ ਹੈ, ਇਸਤਰੀ ਨੂੰ ਮਾਂ ਕਹਿਣਾ ਪਵੇਗਾ ਤੇ ਪੈਸੇ ਨੂੰ ਗਾਂ। ਬਾਬਾ ਜੀ ਪੈਸੇ ਨੂੰ ਗਾਂ ਕਿਵੇਂ ਕਹਿਣਾ ਪਵੇਗਾ? ਪੈਸੇ ਬਗੈਰ ਤਾਂ ਕੰਮ ਹੀ ਨਹੀਂ ਚੱਲਦਾ। ਆ ਮਹਿਲ ਮਾੜੀਆਂ ਜਗ੍ਹਾ ਸਾਰੀਆਂ, ਸਾਰੇ ਕੰਮਕਾਰ ਹੀ ਪੈਸੇ ਨਾਲ ਚੱਲਦੇ ਆ। ਬਾਬਾ ਜੀ ਕਹਿੰਦੇ ਹਾਂ ਪੈਸੇ ਨਾਲ ਚੱਲਦੇ ਆ, ਪਰ ਗੁਰੂ ਘਰ ਵਿੱਚ ਆਇਆ ਜਿਹੜਾ ਪੈਸਾ ਹੈ ਉਹ ਕਿਸੇ ਦੇ ਘਰ ਨਾ ਜਾਵੇ, ਕਿਸੇ ਰਿਸ਼ਤੇਦਾਰੀ ਵਿੱਚ ਨਾ ਲੱਗੇ। ਉਹ ਗਊ ਦਾ ਹੱਡ ਹੈ। ਜੇ ਗੁਰੂ ਘਰ ਵਿੱਚ ਆਈ ਮਾਇਆ, ਗੁਰੂ ਘਰ ਵਿੱਚ ਲੱਗਦੀ ਹੈ, ਗੁਰੂ ਘਰ ਦੇ ਕੰਮ ਵਾਸਤੇ ਲੱਗਦੀ ਹੈ, ਉਹ ਮਾਇਆ ਤਾਂ ਸਫਲ ਹੈ। ਉਹਦੇ ਲਈ ਬਾਬਾ ਜੀ ਕੀ ਬਚਨ ਕਰਦੇ ਸੀ? ਦਿੱਲੀ ਵਾਲੀਆਂ ਸੰਗਤਾਂ ਨੇ, ਜਿਨ੍ਹਾਂ ਨੇ ਬਾਬਾ ਈਸਰ ਸਿੰਘ ਜੀ ਮਹਾਰਾਜ ਦੇ ਬਚਨ ਸੁਣੇ ਹੋਣਗੇ, ਉਹਨਾਂ ਨੂੰ ਪਤਾ ਵੀ ਹੋਵੇਗਾ। ਬਾਬਾ ਜੀ ਕਹਿੰਦੇ ਸੀ ਕੱਚੀ ਮਾਇਆ ਦੇ ਕੇ ਪੱਕੀ ਲੈ ਲਓ। ਪੱਕੀ ਮਾਇਆ ਕਿਹੜੀ ਹੈ? ਬਈ ਪੁੰਨ ਵਧਾ ਲਓ। ਜੇ ਸੇਵਾ ਕਰੋਗੇ ਇੱਥੇ ਤਾਂ ਤੁਹਾਡੇ ਭਾਈ ਪੁੰਨ ਵਧਣਗੇ। ਇਹ ਮਹਾਂਪੁਰਸ਼ਾਂ ਦੀਆਂ ਜੁਗਤੀਆਂ ਮੁਕਤੀਆਂ ਦੱਸੀਆਂ। ਬਾਬਾ ਆਨੰਦ ਸਿੰਘ ਜੀ ਮਹਾਰਾਜ ਇਹਨਾਂ ਦੀ ਰਜਾ ਵਿੱਚ, ਆਹ ਦੇਖ ਲਓ ਬਾਬਾ ਨਰਾਇਣ ਸਿੰਘ ਜੀ ਮਹਾਰਾਜ ਨੇ ਦਿੱਲੀ ਵਾਲਿਆਂ ਤੇ ਕਿੱਡੀ ਮਹਾਨ ਕਿਰਪਾ ਕਰ ਦਿੱਤੀ।
ਇਹ ਪਾਠ ਰੋਜ਼ਾਨਾ ਹੀ ਚੱਲਿਆ ਕਰਨੇ ਆ, ਸਾਲਾਨਾ ਪਾਠ ਚੱਲਿਆ ਕਰਨੇ ਆ। ਬਹੁਤ ਵੱਡਾ ਫਲ ਹੈ ਇਹਨਾਂ ਪਾਠਾਂ ਦਾ। ਜਿਨ੍ਹਾਂ ਨੂੰ ਪਤਾ ਹੈ, ਆਪਣੇ ਜਦੋਂ 1 ਮਾਰਚ ਤੋਂ ਪਾਠ ਸ਼ੁਰੂ ਹੁੰਦੇ ਆ ਨਾ, ਝੋਲਡਾਂ ਦੀ ਧਰਤੀ ਤੇ 13 ਮੰਜ਼ਲੇ ਸਥਾਨ ਤੇ, ਉਸ ਟਾਈਮ ਤੇ ਉੱਥੇ ਬੜੀ ਸੰਗਤ ਆਉਂਦੀ ਆ, ਬਹੁਤ ਇਕੱਠ ਹੁੰਦਾ। ਅਰਦਾਸ ਦੇ ਵਿੱਚ ਸ਼ਾਮਲ ਹੋਣ ਦਾ ਹੀ ਏਡਾ ਵੱਡਾ ਪੁੰਨ ਹੈ। ਤੇ ਭੋਗ ਵੇਲੇ ਤਾਂ ਲੱਖਾਂ ਦੁਨੀਆ ਹੁੰਦੀ ਆ, ਇੰਨੇ ਅਰਦਾਸ ਵਿੱਚ ਇਕੱਠੇ ਹੁੰਦੇ ਆ। ਬਹੁਤ ਵੱਡਾ, ਮਸਾਂ ਲੰਘ ਕੇ ਜਾਇਆ ਜਾਂਦਾ ਉੱਥੇ, ਐਡੇ ਐਡੇ ਇਕੱਠ ਹੁੰਦੇ ਆ। ਉਹ ਸੱਦੇ ਹੁੰਦੇ ਆ, ਉਹ ਤਾਂ ਸੰਗਤਾਂ ਨੂੰ ਹਰ ਸਾਲ ਪਤਾ, ਆਪਣੇ ਆਪ ਆਉਂਦੇ ਆ। ਮਹਾਂਪੁਰਸ਼ ਕੋਈ ਨਾ ਕੋਈ ਸਾਡੇ ਭਲੇ ਵਾਸਤੇ ਉਹ ਸੋਮਾ ਖੋਲ ਜਾਂਦੇ ਆ, ਬਈ ਇੱਥੋਂ ਜਲ ਨਿਕਲਦਾ ਰਹੇ ਤੇ ਸੰਗਤਾਂ ਪੀਂਦੀਆਂ ਰਹਿਣ। ਇਹ ਜਲ ਅੰਮ੍ਰਿਤ ਹੈ। ਪੁੰਨ ਵਧਾਉਣੇ, ਸੇਵਾ ਕਰਨੀ, ਸਿਮਰਨ ਕਰਨਾ। ਮਹਾਂਪੁਰਸ਼ਾਂ ਨੇ ਤਾਂ ਸੰਗਤ ਨੂੰ ਗੁਰੂ ਨਾਲ ਜੋੜਨਾ। ਸੰਤ ਸੇਵਾ ਕਰ ਭਾਵਨੀ ਲਾਈਐ, ਤਿਆਗ ਮਾਨ ਹਟੀਲਾ। ਹਮ ਕਰ ਨਾਮ ਖਜ਼ਾਨਾ ਸਦਾ ਹੈ, ਭਗਤ ਭਰੇ ਭੰਡਾਰਾ। ਭਗਤ ਫਿਰ ਭੰਡਾਰੇ ਭਰਦੇ ਆ। ਮਹਾਂਪੁਰਸ਼ ਤਾਂ ਸਰਦਾ ਬਣਾਉਂਦੇ ਆ। ਭਗਤ ਭਰੇ ਭੰਡਾਰਾ, ਭਾਗ ਅਠੜੇ ਹਰ ਸੰਤ ਤੁਮਾਰੇ। ਜਿਨ ਘਰ ਧਨ ਹਰ ਨਾਮਾ, ਪ੍ਰਵਾਨ ਗਣੀ ਸੇਈਏ ਆਏ। ਸਫਲ ਤਿਨਾ ਕੇ ਕੰਮ। ਬਾਬਾ ਆਨੰਦ ਸਿੰਘ ਜੀ ਮਹਾਰਾਜ ਜਦੋਂ ਉੱਥੇ ਜਾੜ ਵਿੱਚ ਨਾਨਸਰ ਕਲੇਰਾਂ ਦੀ ਧਰਤੀ ਤੇ ਚਰਨ ਮੁਬਾਰਕ ਪਾਏ, ਉੱਥੇ ਬਾਬਾ ਜੀ ਨਿਤਨੇਮ ਕਰਦੇ ਸੀ ਤਾਂ ਰੇਲ ਗੱਡੀ ਕੋਲ ਦੀ ਲੰਘਦੀ ਸੀ। ਬਾਬਾ ਜੀ ਦੀ ਦ੍ਰਿਸ਼ਟੀ ਇਹੋ ਜਿਹੀ ਪਈ, ਉਹ ਰੇਲ ਗੱਡੀ ਰੁਕਣ ਲੱਗ ਗਈ। ਉੱਥੇ 5-6 ਗੇਰੀ ਰੁਕੇ, ਬਸ ਰੋਕ ਕੇ ਤੁਰ ਪਿਆ ਕਰੇ। ਕੁਛ ਰੁਕੇ, ਪਤਾ ਲੱਗੇ ਨਾ, ਫਿਰ ਤੁਰ ਪਏ। ਫਿਰ ਉਹਨਾਂ ਨੇ ਅਫਸਰਾਂ ਨੂੰ ਦੱਸਿਆ, ਵੱਡਿਆਂ ਨੂੰ, ਬਈ ਉੱਥੇ ਗੱਡੀ ਪਤਾ ਨਹੀਂ ਕਿਉਂ ਰੁਕਦੀ ਹੈ। ਉਹਨਾਂ ਦੇ ਰੇਲਵੇ ਦੇ ਜਿਹੜੇ ਵੱਡੇ ਅਫਸਰ ਸੀ, ਉਹ ਬਾਬਾ ਆਨੰਦ ਸਿੰਘ ਜੀ ਮਹਾਰਾਜ ਦੇ ਉੱਥੇ ਦਰਸ਼ਨ ਕਰਨ ਆਏ। ਬਾਬਾ ਜੀ, ਸਾਡੀ ਰੇਲ ਗੱਡੀ ਇੱਥੇ ਖੜ ਜਾਂਦੀ ਹੈ, ਪਤਾ ਨਹੀਂ ਕੀ ਗੱਲ ਹੈ। ਬਾਬਾ ਜੀ ਕਹਿੰਦੇ, ਭਾਈ ਇੱਥੇ ਸਟੇਸ਼ਨ ਬਣਾ ਦਿਓ, ਹੁਣ ਇੱਥੇ ਖੜਿਆ ਹੀ ਕਰੇਗੀ। ਤਾਂ ਉਹ ਸਟੇਸ਼ਨ ਬਣਿਆ ਸੀ, ਕਿਸੇ ਦੀ ਸਿਫਾਰਿਸ਼ ਨਾਲ ਨਹੀਂ ਬਣਿਆ। ਤੇ ਬਾਬਾ ਜੀ ਨੇ ਐਸੀ ਕਿਰਪਾ ਕੀਤੀ, ਰੇਲ ਖੜਨ ਲੱਗ ਗਈ। ਅੱਜ ਸਾਰੇ ਪਾਸਿਆਂ ਨੂੰ ਟਿਕਟ ਮਿਲਦੇ ਆ ਉੱਤੋਂ। ਨਾਨਕਸਰ ਜਗਰਾਓਂ, ਨੌ ਜਗਰਾਓਂ ਤਹਿਸੀਲ ਨੇੜੇ ਕਰਕੇ। ਵੈਸੇ ਜਿਹੜਾ ਨਾਨਕਸਰ ਗੁਰਦੁਆਰਾ ਹੈ, ਕਲੇਰਾਂ ਨਾਂ ਤਾਂ ਪੈਂਦਾ ਹੈ, ਜਦੋਂ ਬਾਬਾ ਆਨੰਦ ਸਿੰਘ ਜੀ ਮਹਾਰਾਜ ਉੱਥੇ ਕੱਚੀਆਂ ਜਗ੍ਹਾ ਦੇ ਵਿੱਚ ਰਹਿੰਦੇ ਸੀ। ਕਿਸੇ ਸੰਗਤ ਨੂੰ, ਜਿਹੜੇ ਸੰਗੀ ਸੀ, ਉੱਥੇ ਗੁਰੂ ਘਰ ਦੇ ਵਿੱਚ ਰਹਿਣ ਦਾ ਹੁਕਮ ਨਹੀਂ ਸੀ ਹੁੰਦਾ, ਤੇ ਨੇੜੇ ਕਲੇਰਾਂ ਪਿੰਡ ਸੀ। ਬਾਬਾ ਜੀ ਉੱਥੇ ਭੇਜ ਦਿੰਦੇ ਸੀ, ਭਾਈ ਜਾਓ ਸੰਗੀ ਸਾਂਭ ਲੈਣਗੇ, ਜਾਂ ਉੱਥੇ ਧਰਮਸ਼ਾਲਾ ਉੱਥੇ ਰਹਿ ਪੋ ਜਾ ਕੇ। ਤੇ ਉੱਥੇ ਸੰਗੀਆਂ ਨੇ ਸੇਵਾ ਕਰਨੀ। ਜੇ ਕੋਈ ਸੰਗਤ ਦਾ ਜੀ ਰਹਿਣ ਵਾਲਾ ਹੁੰਦਾ ਸੀ, ਤਾਂ ਕਰਕੇ ਕਲੇਰਾਂ ਦਾ ਨਾਂ ਪਿਆ। ਇੱਕ ਡਾਕ ਵੀ ਕਲੇਰਾਂ ਪਿੰਡ ਸੀ। ਪਰ ਜਿੰਨੀ ਉਹ ਜਗ੍ਹਾ ਹੈ ਨਾਨਕਸਰ ਦੀ, ਉਹ ਸਾਰੀ ਤਹਿਸੀਲ ਜਗਰਾਓਂ ਵਿੱਚ ਹੈ। ਤਹਿਸੀਲ ਜਗਰਾਓਂ ਲਗਵਾੜ ਲੋਪੋ ਦੀ ਜਗ੍ਹਾ ਹੈ ਉਹ ਸਾਰੀ। ਤੇ ਇਸ ਤਰ੍ਹਾਂ ਬਾਬਾ ਜੀ ਨੇ ਉੱਥੇ ਰੰਗ ਭਾਗ ਲਾਏ ਆ। ਅੱਜ ਬਾਬਾ ਜੀ ਨੇ ਤੁਹਾਡੇ ਦਿੱਲੀ ਦੇ ਵਿੱਚ ਆ ਗੁਲਾਬੀ ਬਾਗ ਨੂੰ ਰੰਗ ਭਾਗ ਲਾਏ ਆ। ਸਾਡੇ ਭਾਵੇਂ ਇੱਥੇ ਕਈ ਗੁਰਦੁਆਰੇ ਹੈ, ਸਾਰੇ ਜਿਵੇਂ ਆਪਣੀ ਥਾਂ ਚੰਗੇ ਆ, ਪਰ ਆਹ ਗੁਰਦੁਆਰਾ ਜਿਹੜਾ ਗੁਲਾਬੀ ਬਾਗ, ਇਹ ਇੱਕ ਵਿਸ਼ੇਸ਼ ਜਗ੍ਹਾ ਹੈ। ਕਿਉਂ ਵਿਸ਼ੇਸ਼ ਹੈ? ਧੰਨ ਧੰਨ ਬਾਬਾ ਈਸਰ ਸਿੰਘ ਜੀ ਮਹਾਰਾਜ
ਉਹਨਾਂ ਦੇ ਚਰਨਾਂ ਦੀ ਇੱਥੇ ਰੱਤ ਡੁੱਲੀ ਹੋਈ ਹੈ। ਬਾਬਾ ਜੀ 3-4 ਮਹੀਨੇ ਲਗਾਤਾਰ ਇਸ ਜਗ੍ਹਾ ਤੇ ਰਹੇ। ਸੰਗੀਆਂ ਨੇ ਇਹ ਜਗ੍ਹਾ ਛੱਡੀ, ਫਿਰ ਇਹ ਜਗ੍ਹਾ ਭਾਈ ਇੱਥੇ ਗੁਰੂ ਘਰ ਬਣਿਆ। ਤੇ ਨਹੀਂ ਤਾਂ ਬਾਕੀ ਸਭ ਨੇ ਆਪਣੋ ਆਪਣੀ ਜਗ੍ਹਾ ਕਿਸੇ ਨਾ ਕਿਸੇ ਢੰਗ ਨਾਲ ਲੈ ਕੇ ਬਣਾਈ ਹੋਈ ਹੈ। ਬਾਬਾ ਆਨੰਦ ਸਿੰਘ ਜੀ ਨੇ ਐਸੀ ਕਿਰਪਾ ਕੀਤੀ, ਤੇ ਜਿਵੇਂ ਬਾਬਾ ਜੀ ਨਾਲ ਪ੍ਰੇਮ ਰੱਖਣ ਵਾਲੇ, ਬਾਬਾ ਜੀ ਤੇ ਭਾਵਨਾ ਰੱਖਣ ਵਾਲੇ ਸਾਡੇ ਰਾਗੀ ਸੰਤ ਸਜਾਨ ਸੋ ਹੋਣੀ, ਤੇ ਉਹਨਾਂ ਮਹਾਂਪੁਰਸ਼ਾਂ ਨੂੰ ਬਾਬਾ ਜੀ ਨੇ ਦ੍ਰਿਸ਼ਟੀ ਕਰ ਦਿੱਤੀ, ਉਹਨਾਂ ਨੂੰ ਕੀਰਤਨੀਏ ਬਣਾ ਦਿੱਤਾ। ਤੇ ਅੱਜ ਦੇਖ ਲਓ ਦਿੱਲੀ ਦੇ ਵਿੱਚ ਕਿੰਨਾ ਕੀਰਤਨ ਹੋ ਰਿਹਾ। ਤੇ ਬਾਬਾ ਈਸਰ ਸਿੰਘ ਜੀ ਮਹਾਰਾਜ, ਉਹਨਾਂ ਨੂੰ ਆਪਣਾ ਰੂਪ ਬਣਾ ਦਿੱਤਾ। ਹਰ ਕਾ ਸੇਵਕ ਹਾਰੀ ਜਿਹਾ, ਭੇਦ ਨਾ ਜਾਣੋ ਮਾਨਸ ਦੇਹਾ। ਬਾਬਾ ਜੀ ਨੇ 7.5 ਲੱਖ ਬੰਦੇ ਨੂੰ 20 ਸਾਲਾਂ ਦੇ ਵਿੱਚ 43 ਤੋਂ ਲੈ ਕੇ 63 ਤੱਕ ਅੰਮ੍ਰਿਤ ਛਕਾਇਆ 20 ਸਾਲਾਂ ਵਿੱਚ। ਤੇ ਐਸੀ ਉੱਥੇ ਮਰਜ਼ਾਦਾ ਕਿਰਪਾ ਕਰ ਦਿੱਤੀ। ਹਰੇਕ ਮਹੀਨੇ ਬਾਟਾ ਤਿਆਰ ਹੁੰਦਾ ਹੈ, 200, 400, 500, 1000 ਬੰਦਾ ਵੀ ਹੋ ਜਾਂਦਾ ਕਈ ਗੇਰੀ। ਤੇ ਉੱਥੇ ਭਾਈ ਅੰਮ੍ਰਿਤ ਛਕਾਇਆ ਜਾਂਦਾ ਹੈ। ਪੂਰਨਮਾਸੀ ਤੋਂ ਅਗਲੇ ਦਿਨ ਨਾਨਕਸਰ ਦੇ ਵਿੱਚ 400-450 ਬੰਦਾ, 500 ਰਹਿੰਦਾ ਉੱਤੇ ਜਿਹੜਾ ਪੱਕਾ। ਉਹ ਤਾਂ 1000-1500 ਬੰਦਾ ਹੁੰਦਾ ਹੈ। ਤੇ ਪ੍ਰਸ਼ਾਦਾ ਪਾਣੀ ਤਿੰਨੇ ਟਾਈਮ ਬਾਹਰੋਂ ਪੱਕਿਆ ਪਕਾਇਆ ਆਉਂਦਾ ਹੈ। ਬਾਬਾ ਜੀ ਕਹਿੰਦੇ ਸੀ ਤੁਸੀਂ ਗੁਰੂ ਨਾਨਕ ਦਾ ਕੰਮ ਕਰੋ, ਗੁਰੂ ਨਾਨਕ ਤੁਹਾਡੇ ਵਾਸਤੇ ਖਾਣ ਨੂੰ ਭੇਜੇਗਾ। ਜਿਵੇਂ ਇੱਥੇ ਵੀ ਗੁਲਾਬੀ ਬਾਗ ਦੇ ਵਿੱਚ ਪਾਠ ਚੱਲ ਰਹੇ ਆ, ਕਿੰਨੇ ਸੰਗੀ ਪਿਆਰ ਵਾਲੇ ਵਧੀਆ ਵਧੀਆ ਪਦਾਰਥ ਬਣਾ ਕੇ ਲਿਆਉਂਦੇ ਆ, ਉਹ ਰੱਜ ਰੱਜ ਕੇ ਸੇਵਾ ਕਰ ਰਹੇ ਆ। ਤੇ ਪੁਰਾਣੇ ਪਹਿਲਾਂ ਤੋਂ ਸੰਗੀ ਵੀ ਲੱਗੇ ਹੋਏ ਆ, ਉਹ ਵੀ ਸਾਰੇ ਇੱਥੇ ਪੱਕਾ ਪਕਾਇਆ ਪ੍ਰਸਾਦਾ ਲਿਆਉਂਦੇ ਆ। ਇਹ ਭਾਈ ਬਾਬਾ ਜੀ ਦੀ ਕਿਰਪਾ ਹੈ। ਬਾਬਾ ਜੀ ਕਿਰਪਾ ਕਰਦੇ ਸੀ। ਗੁਰੂ ਨਾਨਕ ਦੇ ਦਰ ਤੇ ਕਥਾ ਕੀਰਤਨ ਨਹੀਂ ਛੱਡਣਾ, ਇਹ ਵੱਡੀ ਚੀਜ਼ ਹੈ। ਜਿਵੇਂ ਨਾਨਕਸਰ ਦੇ ਵਿੱਚ, ਵੱਡੇ ਨਾਨਕਸਰ 'ਚ ਉੱਥੇ 5-5.5 ਘੰਟੇ ਅੰਮ੍ਰਿਤ ਵੇਲੇ ਕੀਰਤਨ ਹੁੰਦਾ ਹੈ, 5.5 ਘੰਟੇ ਸ਼ਾਮ ਤੱਕ ਹੁੰਦਾ। ਸਮਾਪਤੀ 5.5 ਘੰਟਿਆਂ ਬਾਅਦ ਹੁੰਦੀ ਆ। ਤੇ ਅਰਦਾਸ ਸਰਬੱਤ ਦੇ ਭਲੇ ਦੀ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਸਰਬੱਤ ਦੇ ਭਲੇ ਦੀ ਅਰਦਾਸ ਹੁੰਦੀ ਹੈ। ਬਾਬਾ ਜੀ ਕਹਿੰਦੇ ਸੀ ਦਿੱਲੀ ਵਾਲਿਓ, ਤੁਹਾਡੇ ਵਾਸਤੇ ਗੁਲਾਬ ਦਾ ਫੁੱਲ ਖਿੜ ਗਿਆ। ਸਰਦਾ ਭਾਵਨਾ ਨਾਲ ਇੱਥੇ ਜਿਹੜਾ ਬੰਦਾ ਅਰਦਾਸ ਕਰੇਗਾ, ਸਾਨੂੰ ਇਹ ਪੱਕਾ ਵਿਸ਼ਵਾਸ ਹੈ ਗੁਰੂ ਸਾਹਿਬ ਉਹਨਾਂ ਦੀ ਅਰਦਾਸ ਬੇਨਤੀ ਜ਼ਰੂਰ ਸੁਣਨਗੇ। ਪਰ ਜਿਹੜਾ ਸੱਚੇ ਹਿਰਦੇ ਨਾਲ ਕਰੇਗਾ, ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ। ਅਸੀਂ ਸੱਚੇ ਦਿਲ ਨਾਲ ਕਰੀਏ। ਇੱਕ ਨਾਲ ਵਿਸ਼ਵਾਸ ਹੋਣਾ ਵੀ ਜ਼ਰੂਰੀ ਹੈ। ਕਈ ਗੇਰੀ ਬੰਦੇ ਨੂੰ ਵਿਸ਼ਵਾਸ ਨਹੀਂ ਬਣਦਾ, ਕਿ ਉਹ ਵਿਸ਼ਵਾਸ ਨਾਲ ਹੀ ਸਾਰਾ ਕੁਝ ਹੁੰਦਾ। ਜਿਵੇਂ ਕੇਰਾਂ ਦਾ ਜ਼ਿਕਰ ਹੈ ਕਿ ਮੀਂਹ ਨਾ ਪਵੇ, ਜੇ ਮੀਂਹ ਨਾ ਪਵੇ ਤਾਂ ਇੰਦਰ ਦੇਵਤਾ ਆਪਦੇ ਭਗਤਾਂ ਨੂੰ ਕਹਿਣ ਲੱਗਿਆ, ਬਈ ਹੁਣ ਆਪਾਂ ਮੀਂਹ ਪਾ ਦਈਏ। ਹੁਣ ਤਾਂ ਕਾਫੀ ਚਿਰ ਹੋ ਗਿਆ, ਸਾਰੇ ਲੋਕ ਰੱਬ ਨੂੰ ਯਾਦ ਕਰਦੇ ਆ ਵੀ ਰੱਬਾ ਮੀਂਹ ਪਾ। ਉਹ ਨਾਰਦ ਮੁਨੀ ਕਹਿਣ ਲੱਗਿਆ, ਮਹਾਰਾਜ ਇੱਕ ਵਾਰੀ ਚੈੱਕ ਕਰ ਲਈਏ। ਕਹਿੰਦੇ ਚੰਗਾ, ਫਿਰ ਕਰ ਲਾ ਚੈੱਕ। ਜਦੋਂ ਉਹਨਾਂ ਨੇ ਆ ਕੇ ਇੱਕ ਕਿਸੇ ਪੁਜਾਰੀ ਦਾ ਬਾਰ ਖੜਕਾਇਆ, ਉਹ ਕਹਿੰਦੇ ਸੁਣਾਓ ਜੀ ਨਾਰਦ ਮੁਨੀ ਜੀ, ਤੁਸੀਂ ਕਿਵੇਂ ਆਏ ਹੋ? ਤੇ ਉਹ ਕਹਿੰਦੇ ਜੀ ਤੁਸੀਂ ਕਿੱਧਰ ਚੱਲੇ ਹੋ? ਕਹਿੰਦੇ ਮੈਂ ਕਿਤੇ ਇਕੱਠ ਹੋਇਆ, ਪੁੰਨਦਾਨ ਕਰਦੇ ਆ, ਤੇ ਮੀਂਹ ਵਾਸਤੇ ਅਰਦਾਸ ਕਰਨ ਚੱਲੇ ਆ।
ਅੱਛਾ, ਤੁਸੀਂ ਪੁਜਾਰੀ ਜੀ ਐਡੇ ਵੱਡੇ ਪੁਜਾਰੀ ਅਰਦਾਸ ਕਰਨ ਚੱਲੇ ਹੋ? ਕਹਿੰਦੇ ਹਾਂ। ਤੇ ਫਿਰ ਕਹਿੰਦੇ ਛਤਰੀ ਤਾਂ ਲੈ ਜਾਓ ਨਾਲ। ਕਿਉਂ, ਤੁਹਾਡੀ ਅਰਦਾਸ ਵਾਲੀ ਤਾਂ ਜਾਣੀ ਨਹੀਂ, ਤੇ ਛਤਰੀ ਵੀ ਚਾਹੀਦੀ ਹੈ ਕੋਲੇ, ਭਿੱਜ ਜਾਓਗੇ। ਕਹਿੰਦੇ ਕੀ ਪਤਾ ਅਜੇ ਪੈਣਾ ਕਿ ਨਹੀਂ ਪੈਣਾ, ਛਤਰੀ ਦੀ ਹਜੇ ਕੀ ਲੋੜ ਹੈ। ਸਾਡੇ ਇਹੋ ਜਿਹੇ ਵਿਸ਼ਵਾਸ ਹੈ। ਤੇ ਬਾਬਾ ਜੀ ਕੀ ਬਚਨ ਕਰਦੇ ਸੀ? ਬਿਨ ਵਿਸ਼ਵਾਸ ਕਿਆ ਸਿੱਖਾ। ਉਹ ਸਿੱਖ ਹੀ ਕਾਹਦਾ? ਸਿੱਖ ਕਿਹਨੂੰ ਕਿਹਾ? ਕੱਲੇ ਦਾੜੀ ਕੇਸ ਵਾਲੇ ਨੂੰ ਨਹੀਂ ਕਿਹਾ। ਸਿੱਖ ਕਿਹਾ ਜਿਹੜਾ ਅੰਦਰੋਂ ਸਿੱਖਿਆ ਲੈਣੀ ਚਾਹੁੰਦਾ ਉਹਨੂੰ। ਉਹ ਕਾਹਦਾ ਸਿੱਖ ਹੈ ਜੇ ਉਹਨੂੰ ਵਿਸ਼ਵਾਸ ਨਹੀਂ? ਬਾਬਾ ਜੀ ਕਹਿੰਦੇ ਸੀ ਵਿਸ਼ਵਾਸ ਹੋਣਾ ਜ਼ਰੂਰੀ ਹੈ। ਤੇ ਇਸ ਤਰ੍ਹਾਂ ਭਾਈ ਅਸੀਂ ਵਿਸ਼ਵਾਸ ਕਰਨਾ ਹੈ ਆਪਣੇ ਮਾਲਕ ਤੇ। ਸਾਨੂੰ ਇਹ ਸਮਾਂ ਬਾਬਾ ਜੀ ਨੇ ਬਖਸ਼ਿਆ। ਕਿੰਨਾ ਟਾਈਮ ਆ ਦਿੱਲੀ ਦੇ ਵਿੱਚ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਨੇ ਵੀ ਲਾਇਆ, ਤੇ ਫਿਰ ਬਾਬਾ ਈਸਰ ਸਿੰਘ ਜੀ ਮਹਾਰਾਜ ਨੇ, ਉਹਨਾਂ ਨੇ ਵੀ ਦਿੱਲੀ ਦੇ ਵਿੱਚ ਬੜੀ ਮਹਾਨ ਕਿਰਪਾ ਕੀਤੀ ਹੈ। ਤੇ ਅੱਜ ਤਾਂ ਬਾਬਾ ਜੀ ਦੀ ਸੋਚ ਚੱਲ ਰਹੀ ਹੈ, ਨਾਂ ਚੱਲ ਰਿਹਾ ਬਾਬਾ ਜੀ ਦਾ। ਅੱਜ ਤਾਂ ਬਾਬਾ ਜੀ ਯਾਦ ਆ ਰਹੇ ਆ। ਬਾਬਾ ਜੀ ਕਿਰਪਾ ਕਰਦੇ ਸੀ। ਸਾਨੂੰ ਮਹਾਂਪੁਰਸ਼ਾਂ ਨਾਲ ਪਿਆਰ ਬਣਾਉਣਾ ਪਵੇਗਾ, ਗੁਰੂ ਧਾਰਨਾ ਪਵੇਗਾ ਮਹਾਂਪੁਰਸ਼ਾਂ ਨੂੰ। ਜਿਵੇਂ ਇੱਕ ਬੱਚਾ ਹੈ, ਉਹ ਜਿੰਨਾ ਚਿਰ ਮਾਸਟਰ ਕੋਲੇ ਨਾ ਜਾਵੇਗਾ, ਮਾਸਟਰ ਉਹਨੂੰ ਨਾ ਪੜ੍ਹਾਵੇਗਾ, ਉਹ ਪੜ੍ਹ ਨਹੀਂ ਸਕਦਾ। ਤੇ ਇਧਰ ਬਾਬਾ ਜੀ, ਇਹ ਵੀ ਸਾਡੇ ਗੁਰੂ ਆ। ਇਹ ਸਾਨੂੰ ਕਿਹਦੇ ਨਾਲ ਜੋੜਦੇ ਆ? ਆਪਣੇ ਨਾਲ ਨਹੀਂ, ਗੁਰੂ ਸਾਹਿਬ ਨਾਲ ਜੋੜਦੇ ਆ। ਬਾਣੀ ਹੈ ਬਾਬਾ ਜੀ ਦੀ, ਗੁਰ ਸਤਿਗੁਰ ਨਾਮ ਦ੍ਰਿੜਾਇਆ। ਗੁਰੂ ਨੇ ਕਿਹਦਾ ਨਾਮ ਦ੍ਰਿੜਾਇਆ? ਸਤਿਗੁਰ ਦਾ। ਸਤਿਗੁਰ ਹੈ ਗੁਰੂ ਗ੍ਰੰਥ ਸਾਹਿਬ। ਗੁਰ ਹੈ ਬਾਬਾ ਜੀ। ਗੁਰ ਸਤਿਗੁਰ ਨਾਮ ਦ੍ਰਿੜਾਇਆ, ਮਨ ਅਨੰਤ ਨਾ ਕਾਹੂ ਡੋਲੇ। ਜੇ ਬਾਬਾ ਜੀ ਨੇ ਆਪਣੀ ਕਿਰਪਾ ਕਰ ਦਿੱਤੀ, ਇਹ ਦ੍ਰਿਸ਼ਟੀ ਕਰ ਦਿੱਤੀ, ਸਾਨੂੰ ਗੁਰੂ ਸਾਹਿਬ ਦਾ ਨਾਮ ਦ੍ਰਿੜਾ ਦਿੱਤਾ, ਜੋੜ ਦਿੱਤਾ, ਫਿਰ ਉਹ ਡੋਲਦਾ ਨਹੀਂ। ਗੁਰ ਸਤਿਗੁਰ ਨਾਮ ਦ੍ਰਿੜਾਇਆ, ਮਨ ਅਨੰਤ ਨਾ ਕਾਹੂ ਡੋਲੇ। ਜਨ ਨਾਨਕ ਹਰਿ ਕਾ ਦਾਸ ਹੈ। ਬਾਬਾ ਜੀ ਬਾਣੀ ਅੰਦਰ ਕਿਰਪਾ ਕਰਦੇ ਆ। ਗੁਰ ਸਤਿਗੁਰ, ਫਿਰ ਕਿਹਾ ਗੁਰ ਸਤਿਗੁਰ ਕੀ ਗੋਲ ਗੋਲੇ। ਸਤਿਗੁਰ ਕੀ ਸੇਵਾ ਸਫਲ ਹੈ। ਹੁਣ ਤੁਸੀਂ ਦੱਸੋ ਵੀ ਕਿਹੜੀ ਸਤਿਗੁਰੂ ਕੀ ਸੇਵਾ ਸਫਲ ਹੈ? ਕੱਲੀ ਰਮਾਲੇ ਪਾਉਣ ਦੀ ਸਤਿਗੁਰੂ ਦੀ ਸੇਵਾ ਨਹੀਂ ਹੈ। ਉਹ ਤਾਂ ਸਾਡਾ ਇੱਕ ਫਰਜ਼ ਆ, ਅਸੀਂ ਸਤਿਕਾਰ ਆ, ਤੇ ਜੋ ਡਿਊਟੀ ਆ, ਅਸੀਂ ਵੱਡਾ ਮਾਲਕ ਆ, ਉਹਨਾਂ ਦੀ ਸੇਵਾ ਕਰਨੀ ਹੈ। ਸਤਿਗੁਰ ਕੀ ਸੇਵਾ ਉਹ ਕਿਹੜੀ ਹੈ? ਅੱਜ ਜਿੰਨੀ ਗੁਰੂ ਘਰ ਦੇ ਵਿੱਚ ਸੇਵਾ ਹੋ ਰਹੀ ਹੈ, ਕੋਈ ਝਾੜੂ ਮਾਰਦਾ, ਕੋਈ ਛਿੜਕਾਅ ਕਰਦਾ, ਕੋਈ ਲੰਗਰ ਦੀ ਸੇਵਾ ਕਰਦਾ, ਕੋਈ ਲੰਗਰ ਲੈ ਕੇ ਆਉਂਦਾ, ਕੋਈ ਪਹਿਰਾ ਕਰਦਾ, ਕੋਈ ਕਮਰੇ ਸਾਫ਼ ਕਰਦਾ, ਕੋਈ ਡਿਊਟੀ ਕਰਦਾ। ਜਿੰਨੀਆਂ ਡਿਊਟੀਆਂ ਗੁਰੂ ਘਰ ਦੇ ਵਿੱਚ, ਇਹ ਕਿਸੇ ਬੰਦੇ ਦਾ ਕੰਮ ਨਹੀਂ। ਬੰਦੇ ਤਾਂ ਕਰਨ ਵਾਲੇ ਆ, ਤੇ ਸੇਵਾ ਕਿਹਦੀ ਹੈ? ਸਤਿਗੁਰੂ ਦੀ। ਸਤਿਗੁਰ ਕੀ ਸੇਵਾ ਸਫਲ ਹੈ। ਜੇ ਕੋ ਕਰੇ ਚਿੱਤ ਲਾਏ, ਜਿਹੜਾ ਚਿੱਤ ਲਾ ਕੇ ਕਰੇ ਉਹ ਸਫਲ ਹੈ। ਜਿਹੜਾ ਬੱਧੀ ਚੱਟੀ ਭਰਦਾ, ਨਾ ਗੁਣ ਨਾ ਪਕਾਰ ਨਾ। ਬਾਬਾ ਜੀ ਬਾਣੀ ਅੰਦਰ ਕਿਰਪਾ ਕਰਦੇ ਆ।
ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿਤ ਲਾਏ। ਫਿਰ ਅੱਗੇ ਕੀ ਬਚਨ, ਬੜਾ ਸੋਹਣਾ ਬਚਨ ਕਿਹਾ, ਮਨ ਚਿੰਦਿਆ ਫਲ ਪਾਵਣਾ, ਹਉਮਾ ਵਿੱਚੋਂ ਜਾਏ। ਜੇ ਹਉਮਾ ਹੀ ਬਣ ਗਈ, ਮੈਂ ਕਰਦਾ ਹੈ, ਤੇ ਉਹ ਫਿਰ ਕਾਹਦਾ ਹੈ ਸੇਵਾ? ਨਹੀਂ, ਬਾਬਾ ਜੀ ਕਹਿੰਦੇ ਹਉਮਾ ਤਾਂ ਮਾੜੀ ਚੀਜ਼ ਹੈ। ਜਿਵੇਂ ਪਹਿਲਾਂ ਦੁੱਧ ਪੀ ਲਿਆ, ਫਿਰ ਉੱਤੋਂ ਦੀ ਚਾਹ ਦੀ ਕੱਪੀ ਪੀ ਲਈ, ਉਹ ਸਾਰਾ ਦੁੱਧ ਦਾ ਖਾਤਮਾ ਕਰ ਦਿੰਦੀ ਆ। ਇਹ ਹਉਮਾ ਤਾਂ ਉਹ ਚੀਜ਼ ਹੈ। ਬਾਬਾ ਜੀ ਕਹਿੰਦੇ ਜਿਹੜੀ ਹਉਮਾ ਹੈ, ਇਹ ਜੀਵ ਨੂੰ ਕੱਢਣੀ ਚਾਹੀਦੀ ਹੈ। ਇਸ ਲਈ ਗੁਰਮੁਖ ਪਿਆਰਿਓ, ਭਾਗਾਂ ਵਾਲਿਓ, ਅੱਜ ਕੱਲ੍ਹ ਨੂੰ 28 ਹੈ, ਕੱਲ੍ਹ ਨੂੰ ਆ ਨਾ 28, ਕੱਲ੍ਹ ਨੂੰ 28 ਤਰੀਕ ਹੈ ਅਕਤੂਬਰ, ਸ਼ਾਮ ਦੇ ਟਾਈਮ 9:30 ਵਜੇ ਪਾਠੀ ਸਿੰਘ ਇੱਥੇ ਪਹੁੰਚਣਗੇ। ਇਹ ਸਟੇਜ 'ਤੇ ਸਭ ਸੰਗਤਾਂ ਨੇ ਦਰਸ਼ਨ ਕਰਨੇ ਆ। ਉਦੋਂ ਪਹਿਲਾਂ ਭੋਗ ਪੈਣਗੇ, ਭੋਗ ਸੁਣਨੇ ਆ। ਰਹਿ ਰਸ ਦੇ ਪਾਠ ਤੋਂ ਬਾਅਦ ਫਿਰ ਅੰਦਰ ਭੋਰਾ ਸਾਹਿਬ ਦੇ ਵਿੱਚ ਬਾਹਰ ਸਪੀਕਰ ਲੱਗੇ ਹੋਣਗੇ ਤੇ ਅੰਦਰੋਂ ਪਾਠ ਸ਼ੁਰੂ ਹੋ ਜਾਣਗੇ। ਤੇ ਆਪਣੇ ਤੁਕ ਵਾਲੇ ਸੰਪਟ ਖੰਡ ਪਾਠਾਂ ਦੇ ਪਾਠੀ ਸਿੰਘ ਅੰਦਰੋਂ ਪਾਠ ਕਰਨਗੇ, ਬਾਹਰ ਸੰਗਤਾਂ ਸੁਣਨਗੀਆਂ। ਬਹੁਤ ਵੱਡਾ ਲਾਭ ਹੈ। ਫਿਰ ਅੰਦਰ ਕੀਰਤਨ ਵੀ ਹੋਵੇਗਾ, ਭੋਗਾਂ ਦੇ ਸ਼ਬਦ, ਆਰਤੀ, ਅਰਦਾਸ ਹੋਵੇਗੀ। ਉਪਰੰਤ ਪਾਠੀ ਸਿੰਘ ਜਿਵੇਂ ਫਿਰ ਆਉਂਦਿਆਂ ਦੇ ਦਰਸ਼ਨ ਕਰਨੇ ਬੜੇ ਦੁਰਲੱਭ ਹੁੰਦੇ ਆ, ਫਿਰ ਪਾਠੀ ਸਿੰਘ ਆ ਸਟੇਜ 'ਤੇ ਆ ਜਾਣਗੇ। ਤੇ ਇਸ ਤਰ੍ਹਾਂ ਭਾਈ ਕੱਲ੍ਹ ਦਾ ਪ੍ਰੋਗਰਾਮ ਹੋਵੇਗਾ ਸ਼ਾਮ ਦੇ ਟਾਈਮ ਦਾ। ਤੇ ਅਗਲੇ ਦਿਨ 29 ਤਰੀਕ ਨੂੰ ਫਿਰ 10 ਵਜੇ ਖੰਡ ਪਾਠਾਂ ਦੇ ਭੋਗ ਪੈਣਗੇ। ਉਪਰੰਤ ਰਾਗੀ ਸਿੰਘ ਕੀਰਤਨ ਕਰਨਗੇ। 12:30 ਜਾਂ 1 ਵਜੇ ਫਿਰ ਆਪਾਂ ਇੱਥੋਂ ਨਗਰ ਕੀਰਤਨ ਗੁਰੂ ਸਾਹਿਬ ਪਾਲਕੀ ਵਿੱਚ ਬਿਰਾਜਮਾਨ ਹੋਣਗੇ। ਗੁਰਦੁਆਰੇ ਦਾਲੇ ਦੀ ਪ੍ਰਕੰਮਿਆ ਹੋਵੇਗੀ। ਸਾਰੀਆਂ ਸੰਗਤਾਂ ਨੇ ਇੱਕ ਦੂਸਰੇ ਨੂੰ ਦੱਸ ਦੇਣਾ, ਟੈਲੀਫੋਨ ਕਰ ਦੇਣੇ ਆ। ਇੱਥੇ ਆਉਣ ਵਾਲੇ ਨੂੰ ਕੋਈ ਕਰੋਨਾ ਕਰਾਨਾ ਨਹੀਂ ਹੋ ਸਕਦਾ। ਇਹ ਅਸੀਂ ਵਿਸ਼ਵਾਸ ਨਾਲ ਬਚਨ ਕਹਿੰਦੇ ਆ। ਤੇ ਵੱਧ ਚੜ ਕੇ ਆਉਣਾ। ਬਾਬਾ ਜੀ ਦਾ ਇੱਕ ਹੋਰ ਵੀ ਬਚਨ ਹੁੰਦਾ ਸੀ, ਜੇ ਇੱਕ ਬੰਦੇ ਨੂੰ ਗੁਰੂ ਘਰ ਦੇ ਨਾਲ ਜੋੜ ਦਈਏ, ਜਿਹੇ ਜੀ 100 ਗਊ ਪੁੰਨ ਕਰ ਦਿੱਤੀ ਨਾ, ਜਿਹੇ ਜਿਹਾ ਇੱਕ ਬੰਦੇ ਨੂੰ ਜੋੜ ਦਿੱਤਾ। ਤੇ ਜੇ ਕੋਈ ਮਾੜੀ ਨਿੰਦਿਆ ਕਰਕੇ ਬੁਰਾ ਕਹਿ ਕੇ ਤੋੜ ਦਈਏ, ਫਿਰ ਜਿਹੇ ਜੀ 100 ਗਊ ਮਾੜੇ ਪਾਸੇ ਦੇਤੀ, ਇੱਕ ਬੰਦੇ ਨੂੰ ਤੋੜ ਦਿੱਤਾ। ਤੇ ਇਸ ਤਰ੍ਹਾਂ ਬਾਬਾ ਜੀ ਕਿਰਪਾ ਕਰਦੇ ਸੀ ਭਾਈ। ਸਾਰੇ ਭਾਗਾਂ ਵਾਲਿਓ, ਸਾਡੇ ਸੰਤ ਬਲਦੇਵ ਸਿੰਘ ਹੋਣੀ ਦੇਖ ਲਓ ਕਿੱਥੇ, ਮੰਡੀਰਾਂ ਪਿੰਡ ਹੈ ਮੋਗੇ ਕੋਲੇ, ਉੱਥੋਂ ਆਏ ਆ ਕੱਲ੍ਹ ਦਾ ਪ੍ਰੋਗਰਾਮ ਦੇਖਣ ਵਾਸਤੇ। ਤੇ ਇਸ ਤਰ੍ਹਾਂ ਭਾਈ ਸਾਰੇ ਜੀ ਆਇਆਂ ਨੂੰ, ਸਾਰੀਆਂ ਸੰਗਤਾਂ ਭਾਗਾਂ ਵਾਲਿਓ, ਜਿੰਨੀਆਂ ਵੀ ਸੰਗਤਾਂ ਆਏ ਹੋ। ਤੇ ਹੁਣ ਕੱਲ੍ਹ ਨੂੰ ਫੇਰ ਬਾਬਾ ਜੀ ਮਿਹਰ ਕਰਨਗੇ, ਫਿਰ ਪਾਠੀ ਸਿੰਘਾਂ ਬੈਠਿਆਂ ਤੋਂ ਵਿਚਾਰ ਸੁਣਾਵਾਂਗੇ। ਜਿਹੜੇ ਪਾਠੀ ਸਿੰਘ 7 ਅਕਤੂਬਰ ਤੋਂ ਅੰਦਰ ਹੈ, ਜਿਨ੍ਹਾਂ ਨੂੰ ਕੋਈ ਟੈਲੀਫੋਨ ਨਹੀਂ ਕਿਸੇ ਕੋਲੇ, ਕੋਈ ਅਖਬਾਰ ਦੀ ਖਬਰ ਨਹੀਂ, ਕੋਈ ਘਰ ਦੀ ਖੁਸ਼ੀ ਗਮੀ ਦੀ ਖਬਰ ਨਹੀਂ, ਉਹਨਾਂ ਨੇ ਕੱਲ੍ਹ ਸ਼ਾਮ ਨੂੰ ਬਾਹਰ ਆਉਣਾ। 9:30 ਵਜੇ ਫਿਰ ਇਸ ਜਗ੍ਹਾ 'ਤੇ ਪਾਠੀ ਸਿੰਘ ਆਉਣਗੇ। ਇਹ ਤੁਹਾਨੂੰ ਟਾਈਮ ਦੱਸਤਾ, ਤੁਸੀਂ ਸਾਰੀਆਂ ਸੰਗਤਾਂ ਨੂੰ ਦੱਸ ਦੇਣਾ। ਤੇ ਉਹ ਅਰਦਾਸ, ਉਹ ਸਮਾਂ, ਇਹ ਭਾਗਾਂ ਵਾਲਿਆਂ ਦੇ ਭਾਈ ਹਿੱਸੇ ਵਿੱਚ ਆਉਂਦਾ। ਦਿੱਲੀ ਦੇ ਭਾਗ ਜਾਗੇ ਹੈ। ਬਾਬਾ ਜੀ ਕਹਿੰਦੇ ਸੀ ਭਾਗ ਐ ਜਾਗਦੇ ਆ, ਮਹਾਂਪੁਰਸ਼ ਐਸੀ ਕਿਰਪਾ ਦ੍ਰਿਸ਼ਟੀ ਕਰ ਜਾਂਦੇ ਆ ਤੇ ਸਦਾ ਲਈ ਫਿਰ ਉਹਨਾਂ ਦਾ ਨਾਂ ਰਹਿੰਦਾ। ਬਾਬਾ ਜੀ ਕਿਹੜੀ ਦਾਤ ਸੀ, ਕਿਹੜੀ ਚੀਜ਼ ਸੀ, ਜੋ ਗੁਰੂ ਨਾਨਕ ਦਾ ਵਚਨ ਸੀ ਬਈ 74 ਜਾਮੇ ਸੰਤਾਂ ਦੇ ਰੂਪ ਵਿੱਚ ਆਵਾਂਗੇ,
ਉਹ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਆਏ, ਬਾਬਾ ਈਸਰ ਸਿੰਘ ਜੀ ਮਹਾਰਾਜ ਆਏ, ਬਾਬਾ ਨਰਾਇਣ ਸਿੰਘ ਜੀ ਮਹਾਰਾਜ ਆਏ, ਜਿਨ੍ਹਾਂ ਨੇ ਕੋਈ ਸੂਈ ਦੇ ਨੱਕੇ ਜਿੰਨੀ ਆਪਣੇ ਨਾਲ ਚੀਜ਼ ਨਹੀਂ ਲਵਾਈ, ਤਿਆਗ ਰੱਖਿਆ, ਜਿਨ੍ਹਾਂ ਦਾ ਉੱਚਾ ਸੁੱਚਾ ਜੀਵਨ ਸੀ। ਇਸ ਲਈ ਬਾਬਾ ਜੀ ਦਾ ਦੁਨੀਆ ਨਾਂ ਲੈਂਦੀ ਆ। ਬਾਬਾ ਜੀ ਕਹਿੰਦੇ ਸੀ ਇਹ ਆ ਨਾਨਸਰ ਦੀ ਵੱਡੀ ਚੀਜ਼, ਇਸਤਰੀ ਨੂੰ ਮਾਂ ਤੇ ਪੈਸੇ ਨੂੰ ਗਾਂ। ਤਾਂ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਦੀ ਜੈ ਜੈਕਾਰ ਹੋ ਰਹੀ ਹੈ। ਤੁਸੀਂ ਭਾਗਾਂ ਵਾਲਿਓ, ਗੁਲਾਬੀ ਬਾਗ ਵਾਲੇ, ਜਿੰਨੀਆਂ ਸੰਗਤਾਂ ਸੰਗੀ ਸਾਥੀ ਆ ਰਹੇ ਹੋ, ਜਿੰਨੀਆਂ ਭਾਈ ਲੁੱਟਾਂ ਲੁੱਟਣੀਆਂ ਲੁੱਟ ਲਓ, ਇਹ ਸਮਾਂ ਹੈ। ਬਾਬਾ ਜੀ ਕਹਿੰਦੇ ਸੀ ਕੀ ਪਤਾ ਹੈ, ਸਰੀਰਾਂ ਦਾ ਕੀ ਪਤਾ ਹੁੰਦਾ ਹੈ। ਤੇ ਕਈ ਬੰਦੇ ਦਾਅਵੇ ਬੰਨ੍ਹ ਲੈਂਦੇ ਆ, ਆਪਣੀਆਂ ਜ਼ਿੰਦਗੀਆਂ ਦੇ ਦਾਅਵੇ ਬੰਨ੍ਹ ਲੈਂਦੇ ਆ। ਨਹੀਂ, ਬਾਬਾ ਜੀ ਕਹਿੰਦੇ ਸੀ ਦਾਅਵੇ ਨਹੀਂ ਬੰਨਣੇ, ਇਹ ਤਾਂ ਨੱਥ ਖਸਮ ਹੱਥ ਹੈ, ਬੰਦੇ ਦੇ ਹੱਥ ਵਿੱਚ ਨਹੀਂ ਹੈ। ਬੰਦਾ ਸੋਚਦਾ ਖਾਨੀ ਮੇਰੇ ਹੱਥ ਵਿੱਚ ਹੈ, ਨਹੀਂ, ਮਾਲਕ ਦੇ ਹੱਥ ਵਿੱਚ। ਤੇ ਇਸ ਤਰ੍ਹਾਂ ਭਾਗਾਂ ਵਾਲਿਓ, ਅਸੀਂ ਹੁਣ ਸਮਾਪਤੀ ਕਰਦੇ ਹਾਂ। ਆਵੇ ਸਾਹਿਬ ਚਿੱਤ ਤੇਰਿਆਂ ਭਗਤਾਂ ਡਿਠਿਆਂ, ਮਨ ਕੀ ਕੱਟੀਏ ਮੈਲ ਸਾਧ ਸੰਗ ਬੁੱਠਿਆ। ਵੱਡੇ ਮੇਰੇ ਸਾਹਿਬਾ ਵੱਡੀ ਤੇਰੀ ਵਡਿਆਈ, ਜਿਸਨੂੰ ਸਾਹਿਬ ਵੱਡਾ ਕਰੇ ਸੋਈ ਵੱਡ ਜਾਣੀ। ਸਾਹਿਬ ਸੇਵਕ ਇੱਕ ਇੱਕ ਦਰਸ਼ਕਾਇਆ, ਸਾਹਿਬ ਮੇਰਾ ਸਦਾ ਹੈ, ਦਿਸੇ ਸ਼ਬਦ ਕਮਾਏ। ਜਿਹੜਾ ਗੁਰੂ ਦੇ ਸ਼ਬਦ ਦੀ ਕਮਾਈ ਕਰੇਗਾ ਉਹਨੂੰ ਸਾਹਿਬ ਦਿਸ ਰਿਹਾ, ਦਰਸ਼ਨ ਦੇ ਰਿਹਾ, ਉਹ ਕਿਤੇ ਦੂਰ ਨਹੀਂ ਜਾਂਦੇ। ਜਿਵੇਂ ਜੈ ਜੈ ਪੇਕੋ ਤੈ ਹਜੂਰ, ਦੂਰ ਕਥੂ ਨਾ ਜਾਈ। ਰਬ ਰਹਿ ਸਰਬੱਤਰ ਮੈਂ, ਮਨ ਸਦਾ ਧਿਆਈ। ਈਤ ਊਤ ਨਾ ਵਿਛੜੈ, ਸੋ ਸੰਗੀ ਗਣੀਆਂ। ਮਾਲਕ ਨਹੀਂ ਵਿਛੜਦਾ, ਇਸ ਲਈ ਬੰਦਾ ਲੱਗਿਆ ਰਹੇ। ਭਾਗਾਂ ਵਾਲਿਓ, ਦਿੱਲੀ ਵਾਲੀ ਸੰਗਤ ਜਿੰਨੇ ਆਏ ਹੋ, ਹੁਣ ਢਾਡੀ ਸਿੰਘ ਇੱਕ ਕਵਿਤਾ ਲਾਉਣਗੇ ਤੇ ਫਿਰ ਆਪਾਂ ਸਮਾਪਤੀ ਕਰਾਂਗੇ। 5-7 ਮਿੰਟ ਬੈਠੋ, ਅਸੀਂ ਹੁਣ ਫਤਿਹ ਬੁਲਾਉਂਦੇ ਹਾਂ। ਭਾਗ ਜਾਗੇ ਆ ਦਿੱਲੀ ਵਾਲੀ ਸੰਗਤ ਤੇ, ਇਹਨਾਂ ਵਿਚਾਰਾਂ ਨੂੰ ਹਿਰਦੇ ਵਿੱਚ ਥਾਂ ਦੇਵਾਂਗੇ। ਫਿਰ ਸਾਨੂੰ ਕੀ ਮਿਲੇਗਾ? ਇਹ ਲੋਕ ਸੁਖੀਏ ਪਰਲੋਕ ਸੇ, ਨਾਨਕ ਹਰ ਪ੍ਰਭ ਆਪੇ ਹੀ ਮੇਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਕੋਲੋਂ ਆਪਾਂ ਦਰਗਾਹੀ ਬਚਨ ਸਰਵਣ ਕੀਤੇ ਨੇ। ਤੇ ਕੱਲ ਦਾ ਜੋ ਪ੍ਰੋਗਰਾਮ ਹੈ ਬਾਬਾ ਜੀ ਨੇ ਕਿਰਪਾ ਕਰ ਦਿੱਤੀ ਹੈ, ਦੱਸ ਹੀ ਦਿੱਤਾ ਆਪਾਂ ਨੂੰ ਬਈ ਤੁਕ ਤੁਕ ਵਾਲੇ ਜਿਹੜੇ ਸੰਪਟ ਅਖੰਡ ਪਾਠ ਸਾਹਿਬ ਭੋਰਾ ਸਾਹਿਬ ਵਿੱਚ ਚੱਲ ਰਹੇ ਨੇ। 7 ਅਕਤੂਬਰ ਤੋਂ ਲੈ ਕੇ ਅੱਜ ਤੱਕ ਕਿੰਨਾ ਉਹਨਾਂ ਨੇ ਬਾਣੀ ਦਾ ਜਾਪ ਕੀਤਾ, ਕਿੰਨਾ ਨਿਤਨੇਮ ਕੀਤਾ, ਕਿੰਨਾ ਭਜਨ, ਕਿੰਨੀ ਬੰਦਗੀ। ਉਹਨਾਂ ਦੇ ਦਰਸ਼ਨ ਸਾਰੀਆਂ ਸੰਗਤਾਂ ਨੇ ਕਰਨੇ ਨੇ। ਭੋਰਾ ਸਾਹਿਬ 'ਚ ਭੋਗ ਪੈਣਗੇ, ਉਪਰੰਤ ਇੱਥੇ ਸਟੇਜ 'ਤੇ ਉਹਨਾਂ ਨੂੰ ਸਨਮਾਨਿਤ ਬਾਬਾ ਜੀ ਕਰਨਗੇ। ਤੇ 29 ਤਰੀਕ ਨੂੰ ਜੋ ਲੜੀਆਂ ਚੱਲ ਰਹੀਆਂ ਨੇ ਉਹਨਾਂ ਦੇ ਭੋਗ ਪੈਣਗੇ ਅੰਮ੍ਰਿਤ ਵੇਲੇ। ਉਪਰੰਤ ਨਗਰ ਕੀਰਤਨ ਦੇ ਰੂਪ ਵਿੱਚ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੋ ਹੈ ਪਾਲਕੀ ਵਿੱਚ ਸ਼ੋਭਤ, ਤੇ ਸਾਰੀਆਂ ਸੰਗਤਾਂ ਨੇ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਬੜੇ ਪਿਆਰ ਦੇ ਨਾਲ ਜਾਪ ਕਰਦੇ ਹੋਏ, ਸਿਮਰਨ ਕਰਦੇ ਹੋਏ ਜੋ ਹੈ ਪਰਿਕਰਮਾ ਗੁਰੂ ਘਰ ਦੀ ਕਰਨੀ ਹੈ। ਇਹ ਸਾਰਾ ਪ੍ਰੋਗਰਾਮ ਸਾਰੀਆਂ ਸੰਗਤਾਂ ਨੇ ਪੂਰਨ ਮਰਿਆਦਾ ਦੇ ਵਿੱਚ ਹੁੰਦਾ ਤੱਕ ਕੇ ਆਪਣੇ ਜੀਵਨ ਦਾ ਲਾਹਾ ਲੈਣਾ। ਸੋ ਹੁਣ ਬਾਬਾ ਜੀ ਦਾ ਹੁਕਮ ਹੋਇਆ, ਢਾਡੀ ਭਾਈ ਭੋਲਾ ਸਿੰਘ ਜੀ ਜਲਾਲਦੀਵਾਲ ਉਹ ਇੱਕ ਕਵਿਤਾ ਦੀ ਹਾਜ਼ਰੀ ਭਰਨਗੇ। ਤਾਂ ਦੇਖੋ ਬਾਬਾ ਬਲਦੇਵ ਸਿੰਘ ਜੀ ਮੰਡੀਰਾ ਵਾਲੇ ਪੰਜਾਬ ਤੋਂ ਇੱਥੇ ਪਹੁੰਚੇ ਨੇ ਇਹ ਸਾਰਾ ਪ੍ਰੋਗਰਾਮ ਤੱਕਣ ਵਾਸਤੇ। ਤੇ ਆਪਾਂ ਤਾਂ ਇੱਥੇ ਦਿੱਲੀ ਵਿੱਚ ਹੀ ਵਸਦੇ ਹਾਂ,
ਬਾਬਾ ਜੀ ਕਿੱਥੋਂ ਪਹੁੰਚੇ ਨੇ ਤੇ ਆਪਾਂ ਵੀ ਵੱਧ ਤੋਂ ਵੱਧ ਕੱਲ ਨੂੰ ਤੇ ਪਰਸੋਂ ਨੂੰ ਹਾਜ਼ਰੀਆਂ ਲਵਾ ਕੇ ਲਾਹਾ ਲਈਏ। ਆਓ ਇੱਕ ਕਵਿਤਾ ਦੀ ਹਾਜ਼ਰੀ ਢਾਡੀ ਭਾਈ ਭੋਲਾ ਸਿੰਘ ਜੀ ਜਲਾਲਦੀਵਾਲ। ਵਾਹਿਗੁਰੂ ਧੰਨ ਧੰਨ ਜਨ ਆਇਆ, ਧੰਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ। ਜਨ ਆਵਨ ਕਾ ਇਹ ਸੁਆਓ, ਜਨ ਕੇ ਸੰਗ ਚਿਤ ਆਵੈ ਨਾਉ। ਆਪ ਮੁਕਤ ਮੁਕਤ ਕਰੇ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਸੋ ਬਾਬਾ ਨਾਨਕ ਸਿੰਘ ਮਹਾਰਾਜ ਜੀ ਨੇ ਪੰਜਾਬ ਦੀ ਧਰਤੀ ਤੇ ਅਵਤਾਰ ਧਾਰਿਆ। ਕਿਉਂ? ਪੰਜਾਬ ਦੀ ਧਰਤੀ ਮਹਾਨ ਹੈ। ਭਾਵੇਂ 13 ਜ਼ਿਲ੍ਹਿਆਂ ਦੀ ਧਰਤੀ ਸੀ, ਬਿਹਾਰ ਹੋਣੀ ਸੀਗੇ, ਯੂਪੀ ਬਿਹਾਰ 87 ਜ਼ਿਲ੍ਹੇ, ਪਰ ਉਹ 5 ਦਰਿਆਵਾਂ ਦੀ ਧਰਤੀ ਤੇ ਭਗਤ ਸੂਰਮੇ, ਦੇਵੀ ਦੇਵਤੇ, ਪੀਰ ਪਕੰਬਰਾਂ ਨੇ ਜਨਮ ਲਿਆ। ਅਨੇਕਾਂ ਹੀ ਸੂਰਮੇ ਪੰਜਾਬ ਦੀ ਧਰਤੀ ਤੇ ਪੈਦਾ ਹੋਏ। ਸੋ ਉਸ ਧਰਤੀ ਤੇ ਮਾਲਵੇ ਦੇ ਮਸ਼ਹੂਰ ਇੱਕ ਛੋਟਾ ਜਿਹਾ ਪਿੰਡ ਸ਼ੇਰਪੁਰੇ ਦੇ ਵਿੱਚ ਧੰਨ ਧੰਨ ਬਾਬਾ ਨਾਨਕ ਸਿੰਘ ਮਹਾਰਾਜ ਜੀ ਨੇ ਅਵਤਾਰ ਧਾਰਿਆ। ਬਾਬਾ ਨਾਨਕ ਸਿੰਘ ਮਹਾਰਾਜ ਜੀ ਚੋਜ ਨਿਆਰੇ ਕੀਤੇ ਉਹਨਾਂ ਨੇ। ਉਹ ਕਿਸੇ ਦੇ ਪੜ੍ਹੇ ਪੜ੍ਹਾਏ ਨਹੀਂ ਸੀਗੇ। ਬਾਬਾ ਜੀ ਕਿਸੇ ਦੇ ਪੜ੍ਹੇ ਪੜ੍ਹਾਏ ਨਹੀਂ ਸੀਗੇ। ਬਾਬਾ ਜੀ ਧਰੋਂ ਹੀ ਉਹ ਸ੍ਰਿਸ਼ਟੀ ਦਾ ਮਾਲਕ ਨਿਰੰਕਾਰ ਨਾਲ ਇੱਕਮਿਕ ਹੋਏ ਵੇ ਸੀ। ਬਾਬਾ ਜੀ ਤਾਂ ਪੜ੍ਹਾਉਣ ਆਏ ਸੀ ਸਾਨੂੰ। ਆ ਅੱਗੇ ਟਕਸਾਲ ਤੋਰਨੀ ਸੀ ਬਾਬਾ ਈਸ਼ਰ ਸਿੰਘ ਮਹਾਰਾਜ ਜੀ ਬਣਾਏ। ਸੋ ਸਾਧ ਸੰਗਤ ਜੀ, ਸਮਾਂ ਸੀਮਤ ਆ, ਕੱਲ ਨੂੰ ਤੁਹਾਨੂੰ ਵਿਸਤਾਰ ਨਾਲ ਲਾਵਾਂਗੇ ਟਾਈਮ। ਸੋ ਬਾਬਾ ਨਾਨਕ ਸਿੰਘ ਮਹਾਰਾਜ ਜੀ ਦੀ ਕਵਿਤਾ ਢਾਡੀ ਜਥੇ ਤੋਂ ਇੰਝ ਸੁਣੋ ਜੀ। ਸ੍ਰੀ ਵਾਹਿਗੁਰੂ ਜੀਓ। ਧੰਨ ਬਾਬਾ ਨੰਦ ਸਿੰਘ, ਧੰਨ ਬਾਬਾ ਨੰਦ ਸਿੰਘ, ਰੱਬੀ ਅਵਤਾਰ ਆਏ। ਧੰਨ ਬਾਬਾ ਨੰਦ ਸਿੰਘ, ਰੱਬੀ ਅਵਤਾਰ ਆਏ। ਧੰਨ ਬਾਬਾ ਨੰਦ ਸਿੰਘ, ਰੱਬੀ ਅਵਤਾਰ ਆਏ। ਹੋ ਧੰਨ ਬਾਬਾ ਨੰਦ ਸਿੰਘ, ਰੱਬੀ ਅਵਤਾਰ ਆਏ। ਨਾਮ ਵਾਲੀ ਦਾਤ ਦੇ ਕੇ, ਨਾਮ ਵਾਲੀ ਦਾਤ ਦੇ ਕੇ ਸਭਨਾਂ ਨੂੰ ਤਾਰਿਆ। ਨਾਮ ਵਾਲੀ ਦਾਤ ਦੇ ਕੇ ਸਭਨਾਂ ਨੂੰ ਤਾਰਿਆ। ਧੰਨ ਬਾਬਾ ਨੰਦ ਸਿੰਘ। ਸੱਚ ਵਾਲੀ ਬਾਬਾ ਜੀ ਨੇ, ਸੱਚ ਵਾਲੀ ਬਾਬਾ ਜੀ ਨੇ ਗੱਲ ਹੈ ਹਮੇਸ਼ ਕੀਤੀ। ਹੋ ਸੱਚ ਵਾਲੀ ਬਾਬਾ ਜੀ ਨੇ ਗੱਲ
ਗੱਲ ਹੈ ਹਮੇਸ਼ ਕੀਤੀ ਝੂਠ ਦੀ ਕਿਰਤ ਤਾਈ ਝੂਠ ਦੀ ਕਿਰਤ ਤਾਈ ਪੈਰਾਂ ਥੱਲੇ ਰੋੜਿਆ ਝੂਠ ਦੀ ਕਰਤ ਤਾਈ ਪੈਰਾਂ ਹੇਠ ਰੋੜਿਆ ਧੰਨ ਬਾਬਾ ਨੰਦ ਸਿੰਘਾ